ਸੋ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ। ਸੋ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਚੈਨਲ ਦੇ ਉੱਤੇ ਪੀਐਸ ਟੈਟ ਸੀ ਟੈਟ ਤੇ ਮਾਸਟਰ ਕੈਡਰ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ, ਉਹ ਤੁਸੀਂ ਪਲੇਲਿਸਟ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੇ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਹੈਗੇ ਹੋ। ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਗੱਲ ਕਰਾਂਗੇ ਹਿਸਟਰੀ ਦੇ ਜਿਹੜੇ MCQ ਨੇ। ਸੋ 20 MCQ ਆਪਾਂ ਡਿਸਕਸ ਕਰਾਂਗੇ, ਵੈਰੀ ਇੰਪੋਰਟੈਂਟ ਨੇ ਕਿਉਂਕਿ ਸਟੋਨ ਏਜ ਦੇ ਨਾਲ ਰਿਲੇਟਡ ਨੇਗੇ। ਸੋ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੇ ਨੇ ਇਹ ਸਾਰੇ ਦੇ ਸਾਰੇ ਇਨਸੈਂਟ ਹਿਸਟਰੀ ਦੇ ਵਿੱਚ ਆਉਂਦੇ ਹੈਗੇ ਨੇ। ਸੋ ਇਹਦੇ ਵਿੱਚੋਂ ਇੱਕ ਅੱਧਾ ਕੁਐਸਚਨ ਤੁਹਾਨੂੰ ਹਰ ਵਾਰੀ ਹੈ ਨਾ ਪੇਪਰ ਦੇ ਵਿੱਚ ਕੋਈ ਨਾ ਕੋਈ ਜ਼ਰੂਰ ਆਉਂਦਾ ਹੁੰਦਾ ਹੈ। ਤਾਂ ਬਹੁਤ ਡੀਪਲੀ ਜਿਹੜੇ ਇਹ ਕੁਐਸਚਨ ਹੋਣਗੇ ਜੋ ਸਪੈਸ਼ਲੀ ਤੁਹਾਨੂੰ ਮਾਸਟਰ ਕੈਡਰ, NTT, PSSB, ਪੰਜਾਬ ਪੁਲਿਸ ਦੇ ਲਈ, PSPCL ਦੇ ਲਈ, ਸੁਪਰਵਾਈਜ਼ਰ ਅਤੇ PS ਟੈਟ ਸਾਰੇ ਐਗਜ਼ਾਮ ਦੇ ਲਈ ਮੋਸਟਲੀ ਹੈਲਪਫੁਲ ਰਹਿਣਗੇ। ਬਟ ਸਪੈਸ਼ਲੀ ਅਸੀਂ ਮਾਸਟਰ ਕੈਡਰ ਦਾ ਸ਼ੁਰੂ ਕੀਤਾ ਹੈ ਤਾਂ ਇਸ ਕਰਕੇ ਇਸ ਨੂੰ ਜਿਹੜਾ ਹੈ ਜ਼ਿਆਦਾ ਟਾਰਗੇਟ ਕੀਤਾ ਜਾਊਗਾ ਜੀ। ਓਕੇ ਜੀ, ਤਾਂ ਸ਼ੁਰੂ ਕਰਦੇ ਹਾਂ ਸੈਸ਼ਨ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਸੋ ਗਰੁੱਪ ਪੇਡ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੈਗੇ ਹੋ। ਸੋ ਜੇਕਰ ਕੋਈ ਗਰੁੱਪ ਜੁਆਇਨ ਕਰਨਾ ਚਾਹੁੰਦਾ ਹੈ ਤਾਂ ਉਹਦੀ 1500 ਜਿਹੜੀ ਫੀਸ ਹੈ ਉਹ ਰੱਖੀ ਗਈ ਹੈਗੀ ਜਿਹਦੇ ਵਿੱਚ ਤੁਹਾਨੂੰ ਸਾਰੀਆਂ PDF ਮਿਲਣਗੀਆਂ, ਆਨਲਾਈਨ ਕਲਾਸਿਸ ਮਿਲਣਗੀਆਂ ਜਿੰਨੀਆਂ ਵੀ ਥਿਊਰੀ ਵਾਲੀਆਂ ਹੈਗੀਆਂ ਨੇ ਅਤੇ MCQ ਮਿਲਣਗੇ ਸਾਰੇ ਦੇ ਸਾਰੇ। ਔਰ ਇਸ ਤੋਂ ਇਲਾਵਾ ਮੌਕ ਟੈਸਟ ਜਿਹੜੇ ਹੈ ਆਨਲਾਈਨ ਉਹ ਵੀ ਇਹਦੇ ਵਿੱਚ ਹੀ ਤੁਹਾਨੂੰ ਮਿਲ ਜਾਣਗੇ। ਤਾਂ ਸਾਰੀਆਂ ਚੀਜ਼ਾਂ ਕੰਪਲੀਟ ਹੋਣਗੀਆਂ ਅਤੇ ਇਹ ਉਦੋਂ ਤੱਕ ਚੱਲੂਗਾ ਜਦੋਂ ਤੱਕ ਜਿਹੜਾ ਪੇਪਰ ਨਹੀਂ ਹੋ ਜਾਂਦਾ। ਤਾਂ ਉਦੋਂ ਤੱਕ ਤੁਸੀਂ ਇਸ ਗਰੁੱਪ ਨੂੰ ਜਿਹੜਾ ਜੁਆਇਨ ਕਰ ਸਕਦੇ ਹੋ ਅਤੇ ਆਪਣੀ ਤਿਆਰੀ ਜਿਹੜੀ ਹੈ ਉਹ ਬੈਸਟ ਤਰੀਕੇ ਦੇ ਨਾਲ ਕਰ ਸਕਦੇ ਹੈਗੇ ਹੋ। ਸੋ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ। ਸੋ MCQ ਰਹਿਣਗੇ ਕਿਉਂਕਿ ਥਿਊਰੀ ਆਪਾਂ ਇੱਕ ਪਹਿਲਾਂ ਆਲਰੇਡੀ ਕੰਪਲੀਟ ਕਰ ਚੁੱਕੇ ਹਾਂ, ਉਹ ਤੁਸੀਂ ਗਰੁੱਪ ਦੇ ਵਿੱਚੋਂ ਦੇਖ ਲਈ ਹੋਵੇਗੀ। ਓਕੇ ਜੀ, ਤਾਂ ਫਸਟ ਕੁਐਸਚਨ ਹੈ ਜੀ ਅੱਜ ਦਾ ਸਾਡਾ, ਖੁਦਾਈ ਕੀਤੇ ਗਏ ਸਬੂਤਾਂ ਦੇ ਅਨੁਸਾਰ ਜਾਨਵਰ ਦਾ ਪਾਲਤੂਪਣ ਸ਼ੁਰੂ ਹੋਇਆ ਕਿਹੜੇ ਸਮੇਂ ਦੇ ਦੌਰਾਨ? ਯਾਨੀ ਕਿ ਖੁਦਾਈ ਦੇ ਜਿਹੜੇ ਕਹਿ ਸਕਦੇ ਆ ਪੁਰਾਣੇ ਸਬੂਤ ਮਿਲਦੇ ਹੈਗੇ ਨੇ ਅਤੇ ਇਹਨਾਂ ਸਬੂਤਾਂ ਦੇ ਵਿੱਚ ਸਭ ਤੋਂ ਪਹਿਲਾਂ ਅਗਰ ਗੱਲ ਕਰੀਏ ਕਿ ਜਾਨਵਰਾਂ ਨੂੰ ਜਿਹੜਾ ਹੈ ਪਾਲਣ ਦੀ ਗੱਲ ਕੀਤੀ ਹੈ, ਡਿਮੋਸਟੀਕੇਸ਼ਨ ਦੀ ਗੱਲ ਕੀਤੀ ਹੈ, ਇਹ ਕਦੋਂ ਤੋਂ ਸ਼ੁਰੂ ਹੋਈ ਹੈ, ਕਿਹੜੇ ਪੀਰੀਅਡ ਦੇ ਦੌਰਾਨ ਹੋਈ ਹੈ? ਕਿਉਂਕਿ ਹਿਸਟਰੀ ਨੂੰ ਵੀ ਜਿਹੜਾ ਹੈ ਨਾ ਅਲੱਗ-ਅਲੱਗ ਪੀਰੀਅਡ ਦੇ ਵਿੱਚ ਵੰਡਿਆ ਗਿਆ ਹੈ ਜੋ ਅੱਗੇ ਤੁਹਾਨੂੰ ਦੱਸਾਂਗਾ। ਸੋ ਇਹ ਸਾਰੇ ਦੇ ਦੌਰਾਨ ਦੱਸਣਾ ਹੈ। ਓਕੇ ਜੀ, ਸੋ ਪਹਿਲਾ ਹੈ ਜੀ ਸਾਡਾ ਆਪਸ਼ਨ ਲੋਅਰ ਪੈਲੋਲਿਥਿਕ ਪੀਰੀਅਡ, ਦੂਸਰਾ ਹੈ ਜੀ ਮਿਡਲ ਪੈਲੋਲਿਥਿਕ ਪੀਰੀਅਡ ਔਰ ਤੀਸਰਾ ਹੈ ਜੀ ਅਪਰ ਪੈਲੋਲਿਥਿਕ ਪੀਰੀਅਡ ਅਤੇ ਚੌਥਾ ਹੈ ਜੀ ਮੈਸੋਲਿਥਿਕ ਪੀਰੀਅਡ। ਸੋ ਕਿਹੜੇ ਸਮੇਂ ਦੇ ਦੌਰਾਨ ਜਿਹੜਾ ਹੈ ਜਾਨਵਰਾਂ ਨੂੰ ਜਿਹੜਾ ਹੈ ਪਾਲਣਾ ਸ਼ੁਰੂ ਕਰ ਦਿੱਤਾ ਸੀ? ਆਪਾਂ ਹਿਸਟਰੀ ਦੇ ਵਿੱਚ ਪੜ੍ਹਿਆ ਹੈ ਜਦੋਂ ਅਸੀਂ ਆਦਮ ਮਨੁੱਖ ਬਾਰੇ ਪੜ੍ਹਦੇ ਹਾਂ ਕਿ ਮਨੁੱਖ ਜਿਹੜਾ ਉਹ ਜੰਗਲਾਂ ਵਗੈਰਾ 'ਚ ਘੁੰਮਦਾ ਫਿਰਦਾ ਰਹਿੰਦਾ ਸੀ ਹਨਾ, ਘਾਹ ਪੱਤੇ ਖਾ ਕੇ ਗੁਜ਼ਾਰਾ ਕਰਦਾ ਸੀ ਤੇ ਪਸ਼ੂਆਂ ਨੂੰ ਵੀ ਜਿਹੜਾ ਖਾ ਲੈਂਦਾ ਸੀ ਮਤਲਬ ਕਿ ਮਾਰ ਕੇ ਹਨਾ। ਬਟ ਇੱਕ ਸਮਾਂ ਆਉਂਦਾ ਹੈ ਕਿ ਉਹ ਇਹਨਾਂ ਨੂੰ ਜਿਹੜਾ ਜਾਨਵਰਾਂ ਨੂੰ ਪਾਲਤੂ ਕਰ ਦਿੰਦਾ ਹੈ, ਮਤਲਬ ਕਿ ਇਹਨਾਂ ਨੂੰ ਪਾਲਣਾ ਸ਼ੁਰੂ ਕਰ ਦਿੰਦਾ ਹੈ, ਆਪਣੇ ਨਾਲ ਰੱਖਣਾ ਸ਼ੁਰੂ ਕਰ ਦਿੰਦਾ ਹੈ। ਤਾਂ ਕਿਹੜੇ ਪੀਰੀਅਡ ਦੇ ਦੌਰਾਨ ਸੀਗਾ? ਸੋ ਵੈਰੀ ਇੰਪੋਰਟੈਂਟ ਕੁਐਸਚਨ ਹੋਣਗੇ। ਸੋ ਸਾਰੀ ਕਲਾਸ ਜ਼ਰੂਰ ਦੇਖਿਓ ਕਿਉਂਕਿ ਹਾਲਾਂਕਿ 20 ਕੁਐਸਚਨ ਨੇ ਬਟ ਨੌਲੇਜ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈਗੀ ਹੈ। ਠੀਕ ਹੈ ਜੀ, ਤਾਂ ਰਾਈਟ ਆਨਸਰ ਹੈ ਜੀ ਡੀ। ਸੋ ਮੈਸੋਲਿਥਿਕ ਜਿਹੜਾ ਪੀਰੀਅਡ ਹੈ ਇਸ ਪੀਰੀਅਡ ਦੇ ਦੌਰਾਨ ਜਿਹੜਾ ਹੈ ਜਾਨਵਰਾਂ ਨੂੰ ਜਿਹੜਾ ਹੈ ਪਾਲਣਾ ਸ਼ੁਰੂ ਕਰ ਦਿੱਤਾ ਸੀਗਾ ਅਤੇ ਇੱਥੋਂ ਹੀ ਸ਼ੁਰੂਆਤ ਹੁੰਦੀ ਹੈ ਮਨੁੱਖ ਦੀ ਘਰ ਬਣਾਉਣ ਦੀ ਅਤੇ ਫਿਰ ਉਹਨਾਂ ਦੇ ਨਾਲ ਜਿਹੜਾ ਹਨਾ, ਕਿਉਂਕਿ ਇਹ ਸੀਗਾ ਕਿ ਪਹਿਲਾਂ ਜਦੋਂ ਮਨੁੱਖ ਜੰਗਲਾਂ ਦੇ ਵਿੱਚ ਰਹਿੰਦਾ ਸੀ ਤਾਂ ਉਹਨੂੰ ਫੂਡ ਕਈ ਵਾਰ ਨਹੀਂ ਮਿਲਦਾ ਵੀ ਨਹੀਂ ਸੀਗਾ ਤੇ ਕਈ ਵਾਰ ਉਹ ਭੁੱਖਾ ਰਹਿ ਜਾਂਦਾ ਸੀ। ਠੀਕ ਹੈ, ਇੱਕ ਵਾਰੀ ਪਸ਼ੂ ਨੂੰ ਮਾਰ ਲੈਂਦਾ ਸੀ, ਬਾਅਦ ਦੇ ਵਿੱਚ ਕਈ ਵਾਰ ਨਹੀਂ ਮਿਲਦੇ ਹੁੰਦੇ ਸੀ। ਤਾਂ ਫਿਰ ਉਹਨੇ ਕੀ ਕੀਤਾ ਕਿ ਇਹਨਾਂ ਲੋੜਾਂ ਨੂੰ ਜਿਹੜਾ ਪੂਰਾ ਕਰਨ ਦੇ ਨੀਡਸ ਨੂੰ ਡੇਲੀ ਦੇ ਨੀਡਸ ਨੂੰ ਪੂਰਾ ਕਰਨ ਦੇ ਲਈ ਇਹਨਾਂ ਪਸ਼ੂਆਂ ਨੂੰ ਜਿਹੜਾ ਹੈ ਪਾਲਣਾ ਸ਼ੁਰੂ ਕਰ ਦਿੱਤਾ ਸੀਗਾ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਜਿਹੜਾ ਹੈ ਡੌਗ ਨੂੰ ਸ਼ੁਰੂ ਕੀਤਾ ਸੀ। ਇਹ ਵੀ ਤੁਸੀਂ ਧਿਆਨ 'ਚ ਰੱਖਣਾ ਹੈ, ਡੌਗ ਦੀ ਸ਼ੁਰੂਆਤ ਹੋਈ ਸੀ ਜੀ ਸਭ ਤੋਂ ਪਹਿਲਾਂ ਰੱਖਣ ਦੀ। ਅਲੱਗ-ਅਲੱਗ ਅਵਸ਼ੇਸ਼ ਨੇਗੇ ਉਹ ਆਪਾਂ ਅੱਗੇ ਗੱਲ ਕਰਾਂਗੇ। ਠੀਕ ਹੈ, ਬੱਕਰੀ ਵੀ ਜਿਹੜੀ ਹੈ ਸ਼ੁਰੂਆਤ ਦੇ ਵਿੱਚ ਚੱਲੀ ਹੈਗੀ ਆ। ਤਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਡਿਸਕਸ ਕਰਾਂਗੇ। ਓਕੇ ਜੀ, ਚਲੋ ਜੀ, ਇਹ ਸੀ ਸਾਡਾ ਫਸਟ ਕੁਐਸਚਨ। ਸੋ ਇੱਕ ਪੁਆਇੰਟ ਹੋਰ ਦੱਸ ਦੇਵਾਂ, ਸੋ ਇਸ ਨੂੰ ਪਲੀਜ਼ ਜ਼ਰੂਰ ਨੋਟ ਕਰ ਲੈਣਾ ਸਾਰੇ ਦੇ ਸਾਰੇ ਕਿ ਹਿਸਟਰੀ ਦਾ ਜਿਹੜਾ ਫਾਦਰ ਹੈ ਨਾ ਬਹੁਤ ਵਾਰ ਪੁੱਛ ਲੈਂਦੇ ਹੁੰਦੇ ਆ ਮਾਸਟਰ ਕੈਡਰ ਦੇ ਵਿੱਚ ਖਾਸ ਤੌਰ ਤੇ। ਫਾਦਰ ਜਿਹੜਾ ਹਿਸਟਰੀ ਦਾ ਹੈ ਸੋ ਇਸ ਨੂੰ ਕਿਹਾ ਜਾਂਦਾ ਹੈ ਜੀ ਹੈਰੋਡੋਟਸ। ਇਹ ਫਾਦਰ ਹੈ ਜੀ ਜਿਸਨੇ ਕਿ ਸਾਡੇ ਕੋਲੇ ਹਨਾ ਹਿਸਟਰੀ ਲੈ ਕੇ ਆਂਦੀ ਹੈਗੀ ਆ ਤੇ ਸਾਨੂੰ ਬਹੁਤ ਜਾਣਿਆਂ ਨੂੰ ਜਿਹੜਾ ਹੈ ਏਜ ਦੇ ਵਿੱਚ ਜਾਂ ਕਹਿ ਸਕਦੇ ਹਾਂ ਡੇਟ ਯਾਦ ਰੱਖਣ ਦੇ ਵਿੱਚ ਪ੍ਰੋਬਲਮ ਵੀ ਆਉਂਦੀ ਹੈ। ਸੋ ਇਹ ਬੰਦਾ ਜਿਹਨੇ ਸਾਡੇ ਤੱਕ ਇਤਿਹਾਸ ਨੂੰ ਪਹੁੰਚਾਉਣ ਦੀ ਗੱਲ ਕੀਤੀ ਹੈਗੀ ਆ। ਓਕੇ, ਹਿਸਟਰੀ ਦੇ ਜਿਹੜੇ ਪੀਰੀਅਡ ਨੇ ਇਹ ਜ਼ਰੂਰ ਯਾਦ ਕਰ ਲਿਓ ਆਉਂਦੇ ਹੈਗੇ ਨੇਗੇ। ਸੋ 3 ਪੀਰੀਅਡ ਨੇ, ਹਾਲਾਂਕਿ ਇਸ ਦੀਆਂ ਸਭ ਪਾਰਟ ਵੀ ਬਣਨਗੇ ਬਟ ਆਪਾਂ ਇੱਕ ਵਾਰੀ ਮੇਨ ਦੀ ਗੱਲ ਕਰਾਂਗੇ। ਤਾਂ ਮੇਨ ਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ ਜੀ ਪੁਰਾਤਨ ਪੱਥਰ ਯੁੱਗ। ਪੁਰਾਤਨ ਪੱਥਰ ਯੁੱਗ ਜਿਹੜਾ ਹੈ
सब तो इंपॉर्टेंट है जी, ये पहला सीगा अते याद रखना है जी, ਇਹਦਾ ਸਮਾਂ ਹੈਗਾ ਜੀ 3.5 ਲੱਖ ਸਾਲ ਪੁਰਾਣਾ। ओके 3.5 ਲੱਖ ਸਾਲ ਪੁਰਾਣਾ है, यानी कि इसे ਨੂੰ ਹੀ ਪੈਲੋਲਿਥਿਕ ਜਿਹੜਾ ਪੀਰੀਅਡ ਵੀ ਕਹਿ ਦਿੰਦੇ ਹੈਗੇ ਨੇਗੇ। ਇਹ ਯਾਦ ਰੱਖਣਾ ਹੈ ਕਿਉਂਕਿ ਜ਼ਿਆਦਾਤਰ ਸਾਨੂੰ ਇਹੀ ਪਾਉਂਦੇ ਹੁੰਦੇ ਹੈਗੇ ਪੈਲੋਲਿਥਿਕ ਵਗੈਰਾ ਜਾਂ। ਓਕੇ ਸੋ ਇਸ ਪੀਰੀਅਡ ਦੇ ਦੌਰਾਨ ਹੋਇਆ ਸੀ ਅਤੇ ਇਹਦਾ 3.5 ਲੱਖ ਤੋਂ ਲੈ ਕੇ ਸਮਾਂ ਜਿਹੜਾ ਬਣ ਜਾਂਦਾ ਹੈਗਾ ਗਾ ਇਹ 11,000 ਤੱਕ ਦਾ ਆ ਜਾਂਦਾ ਹੈ। 11,000 ਸਾਲਾਂ ਤੱਕ ਦਾ ਸਮਾਂ ਜਿਹੜਾ ਹੈ ਇਹ ਸਾਰਾ ਦਾ ਸਾਰਾ ਪੁਰਾਤਨ ਪੱਥਰ ਯੁੱਗ ਕਹਾਉਂਦਾ ਹੈਗਾ ਗਾ। ਇਸ ਦੇ ਅਧੀਨ ਜਿਹੜਾ ਪੈਲੋਲਿਥਿਕ ਹੈ ਇਹਦੇ ਦੋ ਅਰਥ ਬਣ ਜਾਂਦੇ ਹੈਗੇ ਆ। ਇੱਕ ਦਾ ਅਰਥ ਹੈ ਪਹਿਲੀਆ, ਪਹਿਲੀਆ ਦਾ ਮਤਲਬ ਹੁੰਦਾ ਹੈ ਜੀ ਪੁਰਾਣਾ। ਓਕੇ ਧਿਆਨ ਰੱਖਣਾ, ਪਹਿਲੀਆ ਦਾ ਮਤਲਬ ਪੁਰਾਣਾ ਹੁੰਦਾ ਹੈ ਅਤੇ ਦੂਸਰਾ ਸ਼ਬਦ ਇਹਦੇ ਵਿੱਚ ਲਿਥਿਕ ਬਣਦਾ ਹੈ ਤਾਂ ਲਿਥਿਕ ਦਾ ਅਰਥ ਹੁੰਦਾ ਹੈ ਜੀ ਪੱਥਰ। ਓਕੇ ਸੌਰੀ ਜੀ, ਲਿਥਿਕ ਦਾ ਅਰਥ ਹੁੰਦਾ ਹੈ ਜੀ ਪੱਥਰ। ਤਾਂ ਇਸ ਤਰੀਕੇ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਇਹਦਾ ਮਤਲਬ ਬਣਦਾ ਹੈ ਪੈਲੋਲਿਥਿਕ ਦਾ ਮਤਲਬ ਪੁਰਾਣਾ ਪੱਥਰ। ਇਹ ਚੀਜ਼ਾਂ ਯਾਦ ਰੱਖਣੀਆਂ ਨੇ ਪਲੀਜ਼, ਠੀਕ ਹੈ। ਤੇ ਇਸੇ ਦੇ ਆਧਾਰ ਦੇ ਉੱਪਰ ਹੀ ਇਸ ਦਾ ਨਾਮ ਕੀ ਬਣ ਗਿਆ ਸੀ, ਪੁਰਾਤਨ ਪੱਥਰ ਯੁੱਗ। ਇਹ ਪਹਿਲਾ ਸਮਾਂ ਸੀਗਾ ਅਤੇ ਇਹਦੇ ਦੌਰਾਨ ਜਿਹੜਾ ਮਨੁੱਖ ਹੁੰਦਾ ਸੀਗਾ ਨਾ ਇਹ ਜੰਗਲਾਂ ਦੇ ਵਿੱਚ ਰਹਿੰਦਾ ਹੁੰਦਾ ਸੀ, ਠੀਕ ਹੈ। ਜੰਗਲਾਂ ਦੇ ਵਿੱਚ ਹੀ ਰਹਿ ਕੇ ਆਪਣਾ ਗੁਜ਼ਾਰਾ ਕਰਦਾ ਹੁੰਦਾ ਸੀ ਪੁਰਾਤਨ ਪੱਥਰ ਯੁੱਗ ਦੇ ਵਿੱਚ। ਦੂਸਰਾ ਸਮਾਂ ਕਿਹੜਾ ਸੀ ਜੀ, ਦੂਸਰੇ ਸਮੇਂ ਨੂੰ ਕਿਹਾ ਜਾਂਦਾ ਹੈ ਜੀ ਮੱਧ ਪੱਥਰ ਯੁੱਗ। ਮੱਧ ਪੱਥਰ ਯੁੱਗ, ਮੈਸੋ मतलब कि मध्य, ठीक है। इस आधार के उपर इसका जिहड़ा नाम बनाया गया हैगा ਅਤੇ ਇਸ ਨੂੰ ਮੈਸੋਲਿਥਿਕ ਕਹਿੰਦੇ ਆ ਇੰਗਲਿਸ਼ ਦੇ ਵਿੱਚ। ਇਹ ਦੋਨੋਂ ਵਰਡ ਤੁਸੀਂ ਯਾਦ ਰੱਖਣੇ ਆ, ਠੀਕ ਹੈ। ਕੋਈ ਵੀ ਪੁੱਛ ਲੈਂਦੇ ਆ ਕਈ ਵਾਰ ਉਹ ਮੱਧ ਯੁੱਗ ਮੱਧ ਪੱਥਰ ਯੁੱਗ ਕਹਿੰਦੇ ਨਹੀਂ, ਮੈਸੋਲਿਥਿਕ ਹੀ ਪਾ ਦਿੰਦੇ ਆ ਤਾਂ ਉੱਤੇ ਸਾਨੂੰ ਕਨਫਿਊਜ਼ਨ ਹੋ ਜਾਂਦੀ ਹੈ। ਓਕੇ ਇਹਦਾ ਸਮਾਂ ਕਿੰਨਾ ਹੈ ਜੀ, ਅੱਜ ਤੋਂ ਤਕਰੀਬਨ 10,000 ਸਾਲ ਪਹਿਲਾਂ ਦੀ ਗੱਲ ਕੀਤੀ ਜਾ ਰਹੀ ਹੈ ਇਹਦੇ ਵਿੱਚ। ਓਕੇ ਜੀ, ਔਰ ਧਿਆਨ ਰੱਖਣਾ ਕਿ ਇਸ ਸਮੇਂ ਦੇ ਦੌਰਾਨ ਜਿਹੜਾ ਹੈ ਹਥਿਆਰ ਜਿਹੜੇ ਪਹਿਲਾਂ ਕਿ ਨੁਕੀਲੀਆਂ ਚੀਜ਼ਾਂ ਦੇ ਹੁੰਦੇ ਸੀਗੇ ਹੁਣ ਉਹ ਹਥਿਆਰ ਪੱਥਰਾਂ ਦੇ ਬਣਾਉਣੇ ਸ਼ੁਰੂ ਕਰ ਦਿੱਤੇ ਸੀਗੇ ਮਨੁੱਖ ਨੇ। ਓਕੇ ਦੂਸਰਾ ਕੰਮ ਇਸ ਦੇ ਦੌਰਾਨ ਕੀ ਹੋਇਆ ਸੀ ਕਿ ਅੱਗ ਦੀ ਖੋਜ ਵੀ ਇਸੇ ਦੇ ਦੌਰਾਨ ਹੋਈ ਸੀਗੀ। ਅੱਗ ਦੀ ਖੋਜ, ਪਹੀਏ ਦੀ ਖੋਜ ਜਿਹਨੂੰ ਟਾਇਰ ਕਹਿ ਦਿੰਦੇ ਅਸੀਂ, ਠੀਕ ਹੈ। ਸੋ ਪਹੀਏ ਦੀ ਖੋਜ ਵੀ ਜਿਹੜੀ ਹੈ ਉਹ ਇਸੇ ਸਮੇਂ ਦੇ ਦੌਰਾਨ ਹੀ ਹੋਈ ਸੀਗੀ, ਠੀਕ ਹੈ ਜੀ। ਇਹ ਯਾਦ ਰੱਖਣੀਆਂ ਚੀਜ਼ਾਂ। ਔਰ ਤੀਸਰਾ ਪੀਰੀਅਡ ਜਿਹਨੂੰ ਅਸੀਂ ਕਹਿ ਦਿੰਦੇ ਹੈਗੇ ਆ ਨਵਾਂ ਪੱਥਰ ਯੁੱਗ। ਨਵਾਂ ਪੱਥਰ ਯੁੱਗ, ਸੋ ਇੱਧਰ ਲਿਖ ਦਿੰਦੇ ਆ, ਠੀਕ ਹੈ। ਸੋ ਨਵਾਂ ਪੱਥਰ ਯੁੱਗ ਜਿਹੜਾ ਹੈ ਇਹ ਤੀਸਰਾ ਹੈ। ਓਕੇ ਜੀ, ਸੋ ਇਹਦਾ ਸਮਾਂ ਜਿਹੜਾ ਮੰਨਿਆ ਜਾਂਦਾ ਹੈ ਇਹ 5000 ਸਾਲ ਪਹਿਲਾਂ ਦੀ ਗੱਲ ਕੀਤੀ ਜਾਂਦੀ ਹੈ, ਠੀਕ ਹੈ ਜੀ। ਪਹਿਲਾਂ ਆਊਗਾ, ਧਿਆਨ ਰੱਖਣਾ 5000 ਸਾਲ ਪਹਿਲਾਂ ਦੀ ਗੱਲ ਕੀਤੀ ਜਾਂਦੀ ਹੈ। ਤੇ ਇਸ ਦੇ ਦੌਰਾਨ ਜਿਹੜਾ ਮਨੁੱਖ ਸੀਗਾ ਉਸਨੇ ਉਤਪਾਦਕ ਦੇ ਰੂਪ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ, ਮਤਲਬ ਕਿ ਫਸਲਾਂ ਜਿਹੜੀਆਂ ਉਹ ਉਗਾਉਣੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ। ਓਕੇ ਉਤਪਾਦਕ ਦੇ ਰੂਪ ਦੇ ਵਿੱਚ ਮਤਲਬ ਕਿ ਫਸਲਾਂ ਵਗੈਰਾ ਜਾਂ ਰਿਹਾਇਸ਼ੀ ਇਲਾਕਾ ਜਿਹੜਾ ਹੈ ਨਾ ਉਹ ਸ਼ੁਰੂ ਕਰ ਦਿੱਤਾ ਸੀ। ਔਰ ਇਹਦੇ ਦੌਰਾਨ ਹੀ ਜਿਹੜਾ ਕਹਿ ਸਕਦੇ ਹਾਂ ਮਨੁੱਖ ਨੇ ਜਿਹੜਾ ਹੈ ਕਲਾਕਾਰ ਦੀ ਜਿਹੜੀ ਭੂਮਿਕਾ ਹੈ ਉਹ ਵੀ ਨਿਭਾਈ ਹੈਗੀ ਕਲਾਕਾਰ ਦੇ ਰੂਪ ਦੇ ਵਿੱਚ। ਅਤੇ ਇਹੀ ਕਲਾਕਾਰੀ ਜਿਹੜੀ ਹੈ ਭੀਮਾਂ ਦੀਆਂ ਬੈਠਕਾਂ ਦੇ ਵਿੱਚ, ਜੋ ਮੱਧ ਪ੍ਰਦੇਸ਼ ਦੇ ਵਿੱਚ ਹੈ ਭੀਮ ਬੈਠਕਾਂ ਜਿਹਨੂੰ ਕਹਿ ਦਿੰਦੇ ਆ, ਉਹ ਦੇਖਣ ਨੂੰ ਮਿਲਦੀਆਂ ਨੇ। ਸੋ ਇਸੇ ਸਮੇਂ ਦੇ ਦੌਰਾਨ ਹੀ ਨਾ ਉਹ ਮੰਨੀਆਂ ਜਾਂਦੀਆਂ ਹੈਗੀਆਂ ਨੇ। ਨਵਾਂ ਪੱਥਰ ਯੁੱਗ ਜਿਹੜਾ ਹੈ ਇਹਨੂੰ ਇੰਗਲਿਸ਼ ਦੇ ਵਿੱਚ ਨਿਓਲਿਥਿਕ ਪੀਰੀਅਡ ਕਹਿ ਦਿੰਦੇ ਹੈਗੇ। ਸੋ ਇੰਗਲਿਸ਼ ਵਾਲੇ ਵਰਡ ਜ਼ਰੂਰ ਯਾਦ ਰੱਖਣਾ ਕਿਉਂਕਿ ਪੰਜਾਬੀ 'ਚ ਨਾ ਉਹ ਪੁੱਛਦੇ ਨਹੀਂ, ਕਈ ਵਾਰ ਇੰਗਲਿਸ਼ ਦੇ ਵਿੱਚ ਹੀ ਐਡ ਕਰ ਦਿੰਦੇ, ਫਿਰ ਅਸੀਂ ਜਿਹੜਾ ਕਨਫਿਊਜ਼ਨ ਹੈ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਹੁਣ ਕੀ ਕਰੀਏ। ਓਕੇ ਤੇ ਇਹ ਤਿੰਨ ਜਿਹੜੇ ਪੀਰੀਅਡ ਨੇ ਇਹਨਾਂ ਨੂੰ ਯਾਦ ਰੱਖਣਾ। ਇਸ ਤੋਂ ਬਾਅਦ ਜਿਹੜੀਆਂ ਇਹਦੀਆਂ ਸਬ ਬ੍ਰਾਂਚਸ ਨੇ ਆਪਾਂ ਅਗਲੀਆਂ ਕਲਾਸਾਂ ਦੇ ਵਿੱਚ ਜਿਹੜਾ ਕਰਦੇ ਰਹਾਂਗੇ, ਠੀਕ ਹੈ, ਤੁਹਾਨੂੰ ਉੱਥੇ ਦੱਸਦੇ ਰਹਾਂਗੇ ਜੀ। ਤਾਂ ਨੈਕਸਟ ਕੁਐਸਚਨ ਹੈ ਜੀ ਮੈਸੋਲਿਥਿਕ ਸਰਪਵ ਦੇ ਵਿੱਚ ਜਾਨਵਰਾਂ ਦੇ ਪਾਲਤੂ ਹੋਣ ਦੇ ਸਬੂਤ ਮਿਲੇ ਹੈਗੇ ਨੇ। ਕਿਹੜੇ ਸਥਾਨ ਦੇ ਵਿੱਚ ਉਹ ਦੇਖਣ ਨੂੰ ਮਿਲਦਾ ਹੈ ਕਿ ਮੈਸੋਲਿਥਿਕ ਪੀਰੀਅਡ ਜਿਹੜਾ ਹੈ, ਠੀਕ ਹੈ, ਯਾਨੀ ਕਿ ਮੱਧ ਪੱਥਰ ਯੁੱਗ ਜਿਹਨੂੰ ਅਸੀਂ ਕਹਿ ਦਿੰਦੇ ਹੈਗੇ ਤਾਂ ਇਹ ਕਿਹੜੇ ਸਥਾਨ ਤੋਂ ਸਬੂਤ ਮਿਲੇ ਹੈਗੇ ਨੇਗੇ। ਲੰਗਨਰਾਜ ਪਹਿਲਾ, ਦੂਸਰਾ ਸਥਾਨ ਹੈ ਜੀ ਬੀਰਬਹਾਨਪੁਰ ਔਰ ਤੀਸਰਾ ਹੈ ਜੀ ਆਦਮਗੜ੍ਹ ਅਤੇ ਚੌਥਾ ਸਥਾਨ ਹੈ ਜੀ ਚੰਪੋਨੀ ਮੰਡੋ। ਸੋ ਕਿਹੜੇ ਸਥਾਨ ਵਿਖੇ ਸਬੂਤ ਮਿਲੇ ਨੇ ਕਿ ਮੈਸੋਲਿਥਿਕ ਪੀਰੀਅਡ ਦੇ ਦੌਰਾਨ ਜਿਹੜੇ ਜਾਨਵਰ ਸੀਗੇ ਉਹਨਾਂ ਨੂੰ ਪਾਲਤੂ ਰੂਪ ਦੇ ਵਿੱਚ ਪਾਲਣਾ ਸ਼ੁਰੂ ਕਰ ਦਿੱਤਾ ਸੀਗਾ, ਠੀਕ ਹੈ, ਡੈਮੋਸਟੀਕੇਸ਼ਨ ਜਿਹੜਾ ਕਰ ਦਿੱਤਾ ਸੀਗਾ। ਸੋ ਇਹ ਸੀਗਾ ਜੀ ਸਥਾਨ ਬੀਰਬਹਾਨਪੁਰ, ਠੀਕ ਹੈ, ਬੀ ਆਪਸ਼ਨ ਸਹੀ ਹੈ। ਇਸ ਸਥਾਨ ਤੋਂ ਇਹ ਸਬੂਤ ਮਿਲੇ ਹੈਗੇ ਨੇ ਕਿ ਮੈਸੋਲਿਥਿਕ ਪੀਰੀਅਡ ਦੇ ਦੌਰਾਨ ਜਿਹੜਾ ਹੈ ਪਸ਼ੂਆਂ ਨੂੰ ਜਿਹੜਾ ਪਾਲਣਾ ਸ਼ੁਰੂ ਕਰ ਦਿੱਤਾ ਸੀਗਾ। ਪਸ਼ੂ ਹੈ ਚਾਹੇ ਜਾਨਵਰ ਹੈ, ਸੋ ਜੋ ਵੀ ਹੈ ਨਾ ਇਨਕਲੂਡ ਹੈਗੇ ਨੇ, ਸੋ ਇਹਨਾਂ ਨੂੰ ਪਾਲਣਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਡੇਲੀ ਦੀਆਂ ਨੀਡਸ ਜਿਹੜੀਆਂ ਨੇ ਉਹਨਾਂ ਦੇ ਲਈ ਡੇਲੀ ਕਿਸੇ ਜਾਨਵਰ ਨੂੰ ਨਹੀਂ ਮਾਰਿਆ ਜਾ ਸਕਦਾ ਸੀ। ਫਿਰ ਇਹਨਾਂ ਨੇ ਕੀ ਕੀਤਾ ਕਿ ਕੋਲ ਹੀ ਰੱਖ ਲਿੱਤੇ, ਜਦੋਂ ਕਦੇ ਭੁੱਖ ਵਗੈਰਾ ਲੱਗਦੀ ਸੀ ਤਾਂ ਇਹ
ਉਸ ਨੂੰ ਸਾੜ ਕੇ ਉਸ ਨੂੰ ਕੱਟ ਕੇ ਖਾ ਸਕਦੇ ਸੀਗੇ, ਮਾਸ ਨੂੰ ਭੁੰਨ ਕੇ ਨਾ ਜਿਹੜਾ ਖਾ ਸਕਦੇ ਸੀ, ਮਤਲਬ ਕਿ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਆ ਜਾਂਦੀਆਂ ਸੀਗੀਆਂ। ਤਾਂ ਇਹ ਸਥਾਨ ਜਿਹੜਾ ਸੀ ਬੀਰਬਾਨਪੁਰ ਸੀਗਾ। ਯਾਦ ਰੱਖਣਾ ਇਸ ਸਥਾਨ ਦੇ ਵਿੱਚ ਮੈਥੋਲਿਕ ਸਮੇਂ ਦੇ ਦੌਰਾਨ ਜਿਹੜਾ ਹੈ ਇਹ ਸਬੂਤ ਮਿਲੇ ਹੈਗੇ ਨੇ ਕਿ ਇੱਥੇ ਜਾਨਵਰਾਂ ਨੂੰ ਜਿਹੜਾ ਪਾਲਤੂ ਰੂਪ ਦੇ ਵਿੱਚ ਪਾਲਣਾ ਸ਼ੁਰੂ ਕਰ ਦਿੱਤਾ ਸੀ। ਨੈਕਸਟ ਕੁਐਸਚਨ ਹੈ ਜੀ ਰਾਬਰਟ ਬਰੂਸ ਫੁੱਟ ਦੇ ਅਨੁਸਾਰ ਜਿਸ ਨੇ ਭਾਰਤ ਦੇ ਵਿੱਚ ਪਹਿਲੇ ਪੈਲੋਲਿਥਿਕ ਔਜ਼ਾਰ ਦੀ ਖੋਜ ਕੀਤੀ ਸੀ, ਇਹ ਸੀਗਾ ਸੋ ਕਿਹੜਾ ਹਥਿਆਰ ਸੀਗਾ ਜਿਹਦੀ ਸਭ ਤੋਂ ਪਹਿਲੀ ਵਾਰ ਖੋਜ ਕੀਤੀ ਸੀਗੀ? ਰਾਬਰਟ ਬਰੂਸ ਫੁੱਟ। ਸੋ ਇਹ ਰਾਈਟਰ ਹਿਸਟੋਰੀਅਨ ਦਾ ਵੀ ਤੁਸੀਂ ਨਾਮ ਯਾਦ ਰੱਖਣਾ ਹੈ, ਕੀ ਨਾਮ ਹੈ ਇਸਦਾ, ਠੀਕ ਹੈ, ਔਰ ਕਿਹੜੇ ਸਥਾਨ ਤੋਂ ਕਿਹੜਾ ਹਥਿਆਰ ਜਿਹੜਾ ਹੈ ਸਭ ਤੋਂ ਪਹਿਲਾਂ ਪੈਲੋਲਿਥਿਕ ਟੂਲ ਜਿਹੜਾ ਹੈ ਖੋਜ ਕੀਤੀ ਸੀਗੀ। ਆਪਸ਼ਨ ਇੱਕ ਹੈ ਸੋ ਇਹ ਜਿਹੜਾ ਕਹਿ ਸਕਦੇ ਹਾਂ ਨਾ ਆਉਂਦੀ ਦੀ ਗੱਲ ਕੀਤੀ ਗਈ ਹੈ, ਸੌਰੀ ਰਾਬਰਟ ਬਰੂਸ ਦੀ, ਭੂ ਵਿਗਿਆਨੀ ਸੀਗਾ, ਜਿਓਲਿਸਟ ਸੀਗਾ, ਜਾਂ ਪੁਰਾਤੱਤਵ ਵਿਗਿਆਨੀ ਸੀਗਾ, ਆਰਕੀਓਲੋਜਿਸਟ ਸੀਗਾ, ਜਾਂ ਫਿਰ ਪੈਲੀਓ ਬੋਟੈਨਿਕਸ ਸੀਗਾ। ਸੋ ਇਹਨਾਂ ਦੇ ਵਿੱਚੋਂ ਕਿਹੜਾ ਸੀ? ਜਾਂ ਫਿਰ ਆਪਸ਼ਨ ਡੀ, ਏ ਔਰ ਬੀ ਦੋਨੋਂ ਦੇ ਵਿੱਚ ਸੀਗਾ। ਤਾਂ ਰਾਬਰਟ ਬਰੂਸ ਜਿਹੜਾ ਜਿਸ ਨੇ ਕਿ ਭਾਰਤ ਦੇ ਵਿੱਚ ਪਹਿਲੇ ਪੈਲੋਲਿਥਿਕ ਹਥਿਆਰ ਦੀ ਖੋਜ ਕੀਤੀ ਜਾਂ ਔਜ਼ਾਰ ਦੀ ਖੋਜ ਕੀਤੀ ਜਿਹੜੇ ਕਿ ਪੈਲੋਲਿਥਿਕ ਪੀਰੀਅਡ ਦੇ ਦੌਰਾਨ ਵਰਤੇ ਜਾਂਦੇ ਸੀਗੇ, ਠੀਕ ਹੈ ਜੀ, ਜਿਹਦੇ ਵਿੱਚ ਵਰਸ਼ੇ ਵਗੈਰਾ ਸੀਗੇ ਜੋ ਹੁਣ ਸੋ ਪੱਥਰਾਂ ਦੇ ਹੁੰਦੇ ਸੀ, ਤੁਹਾਨੂੰ ਪਤਾ ਹੀ ਹੈ ਪੁਰਾਣੇ ਸਮੇਂ ਦੇ ਵਿੱਚ ਨਾ ਸੋਏ ਤਾਂ ਹੈ ਨਹੀਂ ਸੀਗਾ, ਸਾਰਾ ਦਾ ਸਾਰਾ ਪੱਥਰਾਂ ਤੋਂ ਹੀ ਬਣਿਆ ਹੁੰਦਾ ਸੀ ਮਟੀਰੀਅਲ। ਸੋ ਇਹਨਾਂ ਦੀ ਖੋਜ ਕੀਤੀ ਸੀਗੀ। ਸੋ ਇਹ ਵਿਅਕਤੀ ਜਿਹੜਾ ਰਾਬਰਟ ਬਰੂਸ ਸੀਗਾ ਇਹ ਦੋਨਾਂ ਕਿਸਮਾਂ ਦੇ ਵਿੱਚ ਸੀਗਾ, ਮਤਲਬ ਕਿ ਦੋਨੋਂ ਹੀ ਜਿਹੜੇ ਆਉਂਦੇ ਸੀਗੇ, ਇਹ ਜਿਓਲਿਸਟ ਵੀ ਸੀਗਾ ਤੇ ਆਰਕੀਓਲੋਜਿਸਟ ਵੀ ਸੀਗਾ। ਇਸ ਬੰਦੇ ਨੇ ਜਿਹੜਾ ਹੈ ਇਸ ਚੀਜ਼ ਦੀ ਖੋਜ ਕੀਤੀ ਸੀ ਕਿ ਭਾਰਤ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਹਥਿਆਰ ਸੀਗਾ ਉਸ ਦੀ ਖੋਜ ਕਰਕੇ ਸਾਨੂੰ ਦੱਸਿਆ ਕਿ ਭਈ ਜਿਹੜੇ ਪੈਲੋਲਿਥਿਕ ਪੀਰੀਅਡ ਦੇ ਦੌਰਾਨ ਸੀ ਉਹ ਕਿਸ ਤਰ੍ਹਾਂ ਦੇ ਹਥਿਆਰ ਬਣਾ ਕੇ ਰੱਖਦੇ ਸੀ। ਓਕੇ ਜੀ, ਸੋ ਡੀ ਆਨਸਰ ਇਸ ਦਾ ਰਾਈਟ ਰਹੂਗਾ। ਨੈਕਸਟ ਹੈ ਜੀ ਕੋਪਨਹੇਗਨ ਅਜਾਇਬ ਘਰ ਦੇ ਸੰਗ੍ਰਹਿ ਤੋਂ ਪੱਥਰ, ਕਾਸੇ ਅਤੇ ਲੋਹੇ ਦੇ ਵਿੱਚ ਵੰਡੀਆਂ 3 ਉਮਰ ਦੀ ਪ੍ਰਣਾਲੀ ਨੂੰ ਇਸ ਦੁਆਰਾ ਬਣਾਇਆ ਗਿਆ ਸੀਗਾ। ਸੋ ਇੱਕ ਮਿਊਜ਼ੀਅਮ ਹੈ ਜਿਹੜਾ ਕਿ ਕੋਪਨਹੇਗਨ ਅਜਾਇਬ ਘਰ ਦੇ ਵਿੱਚ ਹੈ, ਠੀਕ ਹੈ। ਇਸ ਘਰ ਦੇ ਵਿੱਚ ਪੱਥਰ ਦੇ, ਕਾਸੇ ਦੇ ਤੇ ਲੋਹੇ ਦੇ ਬਣੇ ਹੋਏ 3 ਉਮਰ ਪ੍ਰਣਾਲੀ ਜਿਹੜੀ ਬਣਾਈ ਗਈ ਹੈ। ਸੋ ਇਹ ਕੀ ਚੀਜ਼ ਹੈਗੀ ਇਹਦੇ ਵਿੱਚ? ਸੋ ਆਪਸ਼ਨ 1 ਹੈ ਥਾਮਸਨ ਹੈ, ਆਪਸ਼ਨ 2 ਹੈ ਲੁਬਕੌਕ ਹੈ, ਤੀਸਰਾ ਹੈ ਟੇਲਰ ਜੀ ਔਰ ਆਪਸ਼ਨ 4 ਹੈ ਜੀ ਚਾਈਲਡ। ਸੋ ਕਿਹੜੇ ਵਿਅਕਤੀ ਨੇ ਹਨਾ ਇਸ ਚੀਜ਼ ਨੂੰ ਜਿਹੜਾ ਕਹਿ ਸਕਦੇ ਹਨਾ ਡਿਫਾਈਨ ਕੀਤਾ ਹੈ ਕਿ 3 ਏਜ ਸਿਸਟਮ ਦੇ ਵਿੱਚ ਸਟੋਨ, ਬ੍ਰੋਨੇਜ਼ ਔਰ ਆਇਰਨ ਤੋਂ ਬਣੀਆਂ ਹੋਈਆਂ ਕੰਪੈਗਨਸ ਮਿਊਜ਼ੀਅਮ ਜਿਹੜਾ ਬਣਾਇਆ ਗਿਆ ਹੈ। ਸੋ ਇਹ ਤਿੰਨਾਂ ਚੀਜ਼ਾਂ ਤੋਂ ਮਿਲ ਕੇ ਬਣਾਇਆ ਗਿਆ, ਮਤਲਬ ਤਿੰਨਾਂ ਚੀਜ਼ਾਂ ਨੇ ਜਿਹੜੀਆਂ ਇੱਥੇ ਦੇਖਣ ਨੂੰ ਮਿਲਦੀਆਂ, ਪੱਥਰ ਦੇ ਵੀ, ਕਾਸੇ ਦੇ ਵੀ ਤੇ ਲੋਹੇ ਦੀਆਂ ਵੀ ਚੀਜ਼ਾਂ। ਓਕੇ, ਉਮਰ ਨੂੰ ਜਾਣੀ ਕਿ ਕਹਿ ਸਕਦੇ ਹਾਂ ਨਾ ਵੰਡੀ ਜਾਂਦੀ ਹੈ। ਕਿਹੜੇ ਵਿਅਕਤੀ ਨੇ ਇਸ ਦੇ ਵਿੱਚੋਂ ਵੰਡਿਆ ਹੈ? ਸੋ ਇਹ ਹੈ ਜੀ ਥਾਮਸਨ। ਓਕੇ, ਸੋ ਥਾਮਸਨ ਨੇ ਜਿਹੜਾ ਹੈ ਇਸ ਦੀ ਵੰਡ ਕੀਤੀ ਹੈ 3 ਪੀਰੀਅਡ ਦੇ ਵਿੱਚ, ਜਿਹਦੇ ਵਿੱਚ ਪੱਥਰ, ਕਾਸਾ ਤੇ ਲੋਹੇ ਦਾ ਜਿਹੜਾ ਵੰਡ ਹੋ ਜਾਂਦੀ ਹੈ। ਨੈਕਸਟ ਹੈ ਜੀ 5 ਨੰਬਰ, ਇਹਨਾਂ ਵਿੱਚੋਂ ਕਿਹੜੀ ਸਾਈਡ ਤੋਂ ਹੱਡੀਆਂ ਦੇ ਸੰਦ ਮਿਲੇ ਹੈਗੇ ਨੇ? ਫਰੋਮ ਵਿਚ ਵਨ ਆਫ ਫੋਲੋਇੰਗ ਸਾਈਟ ਬੋਨਸ ਇੰਪਲੀਮੈਂਟਸ ਹੈਵ ਬੀਨ ਫਾਊਂਡ। ਸੋ ਕਿਹੜੀ ਸਾਈਡ ਦੇ ਵਿੱਚੋਂ, ਕਿਹੜੇ ਸਥਾਨ ਦੇ ਵਿੱਚੋਂ, ਸਾਈਡ ਦਾ ਮਤਲਬ ਹੈ ਕਿ ਸਥਾਨ, ਠੀਕ, ਪਲੇਸ ਜਿਹਨੂੰ ਆਪਾਂ ਕਹਿ ਦਿੰਦੇ ਹੈਗੇ ਆ, ਸਥਾਨ ਦੇ ਵਿੱਚੋਂ ਹੱਡੀਆਂ ਦੇ ਹਥਿਆਰ ਜਾਂ ਕਹਿ ਸਕਦੇ ਹਾਂ ਸੰਦ ਮਿਲੇ ਹੈਗੇ ਨੇ। ਸੋ ਆਪਸ਼ਨ 1 ਹੈ ਜੀ ਚੰਪਾਨੀ ਮੰਡੋ, ਆਪਸ਼ਨ 2 ਹੈ ਕਾਕੋਰੀਆ, ਆਪਸ਼ਨ 3 ਹੈ ਮਹਾਦਾਗਾ ਔਰ ਆਪਸ਼ਨ 4 ਹੈ ਜੀ ਸਰਾਏ ਨਾਹਰ ਰਾਜ। ਕਿਹੜੇ ਸਥਾਨ ਤੋਂ ਹੱਡੀਆਂ ਦੇ ਬਣੇ ਹੋਏ ਸੰਦ ਸਾਨੂੰ ਮਿਲਿਆ? ਸੋ ਇਹਦਾ ਨਾਮ ਹੈ ਜੀ ਮਹਾਦਾਹਾ। ਸੋ ਇਸ ਸਥਾਨ ਦੇ ਵਿੱਚੋਂ ਸਾਡੇ ਇਤਿਹਾਸਕਾਰਾਂ ਨੂੰ, ਸਾਡੇ ਆਰਕੀਓਲੋਜਿਸਟ ਨੂੰ ਜਿਹੜਾ ਹੈ ਹੱਡੀਆਂ ਤੋਂ ਬਣੇ ਹੋਏ ਹਥਿਆਰ ਜਾਂ ਸੰਦ ਜਿਹੜੇ ਆ ਉਹ ਮਿਲੇ ਹੈਗੇ ਨੇ। ਹੱਡੀਆਂ ਦੇ ਸੰਦ ਜੀ ਵੈਰੀ ਵੈਰੀ ਇੰਪੋਰਟੈਂਟ ਹੈ। ਨੈਕਸਟ ਹੈ ਜੀ 6 ਨੰਬਰ, ਭਾਰਤ ਵਿੱਚ ਮੈਸੋਲਿਥਿਕ ਸੰਦਰਭ ਦੇ ਵਿੱਚ ਹੱਡੀਆਂ ਦੇ ਗਹਿਣੇ ਪ੍ਰਾਪਤ ਕੀਤੇ ਗਏ ਹਨ। ਸੋ ਕਿਹੜੇ ਸਥਾਨ ਤੋਂ ਹਨਾ ਪ੍ਰਾਪਤ ਕੀਤੇ ਗਏ ਆ ਜਿਹੜੇ ਕਿ ਹੱਡੀਆਂ ਦੇ ਬਣੇ ਹੋਏ ਗਹਿਣੇ ਨੇ? ਪਹਿਲਾਂ ਆਪਾਂ ਸੰਦਾਂ ਦੀ ਗੱਲ ਕੀਤੀ ਹੈ, ਇੱਥੇ ਗਹਿਣੇ ਆ ਗਏ ਨੇ, ਔਰਨਾਮੈਂਟਸ ਆ ਗਏ ਨੇਗੇ, ਠੀਕ ਹੈ, ਜੋ ਕਿ ਪਹਿਨੇ ਜਾਂਦੇ ਸੀ ਪੁਰਸ਼ਾਂ ਦੇ ਦੁਆਰਾ ਅਤੇ ਮੇਲ ਐਂਡ ਫੀਮੇਲ ਦੋਨਾਂ ਦੇ ਦੁਆਰਾ, ਠੀਕ ਹੈ, ਮੇਲ ਐਂਡ ਫੀਮੇਲ ਦੇ ਦੁਆਰਾ ਜਿਹੜਾ ਹੈ ਇਸ ਪਹਿਨਿਆ ਜਾਂਦਾ ਸੀ, ਜੋ ਗਹਿਣੇ ਹੁੰਦੇ ਸੀਗੇ ਜਿਹੜੇ ਕਿ ਹੱਡੀਆਂ ਦੇ ਬਣੇ ਹੁੰਦੇ ਸੀ। ਕਿਹੜੇ ਸਥਾਨ ਤੋਂ ਪ੍ਰਾਪਤ ਹੋਇਆ? ਆਪਸ਼ਨ 1 ਹੈ ਸਰਾਏ ਨਾਹਰ ਰਾਏ, ਦੂਸਰਾ ਆਪਸ਼ਨ ਹੈ ਜੀ ਮਹਾਦਾਹਾ ਔਰ ਤੀਸਰਾ ਹੈ ਜੀ ਲੇਖੀਆ ਅਤੇ ਚੌਥਾ ਹੈ ਚੰਪਾਨੀ ਮਾਂਡੋ। ਕਿਹੜੇ ਸਥਾਨ ਤੋਂ ਪ੍ਰਾਪਤ ਹੋਇਆ? ਸੋ ਰਾਈਟ ਆਨਸਰ ਜੀ ਮਹਾਦਾਹਾ। ਸੋ ਇਸੇ ਸਥਾਨ ਦੇ ਵਿੱਚੋਂ ਹੀ ਜਿਹੜੇ ਔਰਨਾਮੈਂਟ ਮਿਲੇ ਨੇਗੇ ਜਿਹੜੇ ਕਿ ਹੱਡੀਆਂ ਦੇ ਬਣੇ ਹੋਏ ਸੀਗੇ, ਬੋਨਸ ਦੇ ਬਣੇ ਹੋਏ ਗਹਿਣੇ। ਓਕੇ, ਸੋ ਬਹੁਤ ਬਹੁਤ ਇੰਪੋਰਟੈਂਟ ਜਿਹੜੇ ਹੈ ਇਹ ਕੁਐਸਚਨ ਨੇਗੇ, ਸੋ ਪਲੀਜ਼ ਧਿਆਨ ਦੇ ਨਾਲ ਕਰਨਾ ਕਿਉਂਕਿ ਇਹਦੇ ਵਿੱਚੋਂ ਅਕਸਰ ਕੁਐਸਚਨ ਆਉਂਦਾ ਹੀ ਆਉਂਦਾ ਹੈ। ਨੈਕਸਟ ਹੈ ਜੀ ਇੱਕੋ ਕਬਰ ਦੇ ਵਿੱਚ 3 ਮਨੁੱਖੀ ਪਿੰਜਰ ਬਰਾਮਦ ਹੋਏ ਸੀਗੇ, ਇਹ ਕਿਹੜਾ ਸਥਾਨ ਸੀਗਾ? ਠੀਕ ਹੈ, 3 ਹਿਊਮਨ ਸਕੈਲੇਟਨਸ ਇਨ ਦਾ ਸਿੰਗਲ ਗ੍ਰੇਵ ਵੇਅਰ ਰਿਕਵਰਡ।
ਸੋ ਕਿਹੜੇ ਸਥਾਨ ਤੋਂ ਸਾਨੂੰ 3 ਮਨੁੱਖੀ ਪਿੰਜਰ ਜਿਹੜੇ ਆ ਉਹ ਬਰਾਮਦ ਹੋਏ, ਜਾਨੀ ਕਿ ਇੱਕ ਕਬਰ ਦੇ ਵਿੱਚ ਹੀ ਸੀਗੇ। ਸਰਾਏ, ਨਾਹਰ ਰਾਏ, दूसरा ऑप्शन है जी दमदमा, और तीसरा है जी महादाहा ਅਤੇ चौथा है जी लंघास। सो ਕਿਹੜੇ ਸਥਾਨ ਤੋਂ ਇਹ ਚੀਜ਼ ਸਾਨੂੰ ਮਿਲੀ ਸੀ। ਆ ਕੁਐਸਚਨ ਕਾਫੀ ਵਾਰ ਆਇਆ ਹੋਇਆ, ਠੀਕ ਹੈ। ਸੋ ਇਸ ਨੂੰ ਪਲੀਜ਼ ਥੋੜਾ ਧਿਆਨ ਨਾਲ ਕਰ ਲੈਣਾ। ਸੋ ਇਹ ਹੈ ਸੀਗਾ ਜੀ ਦਮਦਮਾ ਆਉਂਦਾ ਹੈ, ਠੀਕ ਹੈ। ਸੋ ਦਮਦਮਾ ਜਿਹੜਾ ਸਥਾਨ ਹੈ, ਇਸ ਸਥਾਨ ਤੋਂ ਸਾਨੂੰ 3 ਮਨੁੱਖੀ ਪਿੰਜਰੇ ਜਿਹੜੇ ਆ ਬਰਾਮਦ ਹੋਏ ਸੀ, ਜੋ ਕਿ ਇੱਕੋ ਹੀ ਕਬਰ ਦੇ ਵਿੱਚ ਦਫਨਾਏ ਹੋਏ ਸੀਗੇ। ਓਕੇ, ਇੱਕੋ ਹੀ ਕਬਰ ਦੇ ਵਿੱਚ, ਨਾ ਕਿ ਵੱਖਰੇ ਵੱਖਰੇ। ਨੈਕਸਟ ਹੈ ਜੀ 8 ਨੰਬਰ, ਅਨਾਜ ਦੀ ਕਾਸ਼ਤ ਪਹਿਲੀ ਵਾਰ ਸ਼ੁਰੂ ਹੋਈ ਸੀ ਕਿਹੜੇ ਸਥਾਨ ਵਿਖੇ। ਠੀਕ ਹੈ ਜੀ, ਅਨਾਜ ਦੀ ਸ਼ੁਰੂਆਤ ਯਾਨੀ ਕਿ ਦਾ ਕਲਟੀਵੇਸ਼ਨ ਆਫ ਕਰੀਲਰਸ ਫਸਟ ਸਟਾਰਟਡ ਇਨ। ਸੋ ਕਦੋਂ ਅਨਾਜ ਦੀ ਸ਼ੁਰੂਆਤ ਹੋਈ ਹੈ। ਸੋ ਪਹਿਲੀ ਵਾਰ ਸੋ ਨਿਓਲਿਥਿਕ ਏਜ ਦੇ ਦੌਰਾਨ ਹੋਈ ਹੈ, ਜਾਂ ਫਿਰ ਮੈਸੋਲਿਥਿਕ ਏਜ ਦੇ ਦੌਰਾਨ, ਜਾਂ ਫਿਰ ਪੈਲੀਥਿਕ ਏਜ ਦੇ ਦੌਰਾਨ, ਜਾਂ ਫਿਰ ਪ੍ਰੋਟੋ ਹਿਸਟੋਰਿਕ ਏਜ ਦੇ ਦੌਰਾਨ। ਸੋ ਅਸੀਂ ਗੱਲ ਕੀਤੀ ਸੀਗੀ ਪਹਿਲਾਂ ਵਾਲੇ ਸਟਾਰਟਿੰਗ ਪੁਆਇੰਟ 'ਚ ਹੀ ਦੱਸਿਆ ਸੀ, ਇਹ ਸੀਗਾ ਨਿਓਲਿਥਿਕ ਏਜ। ਇਸ ਸਮੇਂ ਦੇ ਦੌਰਾਨ ਜਿਹੜਾ ਹੈ ਮਨੁੱਖ ਉਤਪਾਦਕ ਦੇ ਰੂਪ ਦੇ ਵਿੱਚ ਸ਼ੁਰੂ ਹੋ ਚੁੱਕਿਆ ਸੀ, ਜਿਸ ਨੂੰ ਅਸੀਂ ਨਿਓਲਿਥਿਕ ਨੂੰ ਅਸੀਂ ਕਹਦੇ ਹੈਗੇ ਜੀ ਨਵਾਂ ਪੱਥਰ ਯੁੱਗ। ਓਕੇ, ਨਵਾਂ ਪੱਥਰ ਯੁੱਗ ਕਹਿ ਦਿੰਦੇ ਹੈਗੇ ਆ। ਇਸ ਦੇ ਦੌਰਾਨ ਜਿਹੜਾ ਹੈ ਮਨੁੱਖ ਨੇ ਖੇਤੀਬਾੜੀ ਕਰਨੀ ਸ਼ੁਰੂ ਕਰ ਦਿੱਤੀ ਸੀ, ਫਸਲਾਂ ਉਗਾਉਣੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ ਤਾਂ ਕਿ ਉਹਨਾਂ ਨੂੰ ਲੋੜ ਪੈਣ ਦੇ ਉੱਪਰ ਉਹ ਵਰਤ ਸਕਣ। ਤਾਂ ਇਹ ਸਮਾਂ ਨਿਓਲਿਥਿਕ ਏਜ, ਇਸ ਦੇ ਦੌਰਾਨ ਜਿਹੜਾ ਹੈ ਅਨਾਜ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ ਸੀ ਜੀ ਮਨੁੱਖ ਨੇ। ਨੈਕਸਟ ਹੈ ਜੀ ਭਾਰਤ ਵਿੱਚ ਮਨੁੱਖ ਦਾ ਸਭ ਤੋਂ ਪਹਿਲਾ ਸਬੂਤ ਪਾਇਆ ਗਿਆ। ਆਪਸ਼ਨ 1 ਹੈ ਨੀਲਗਿਰੀ ਪਹਾੜੀਆਂ ਦੇ ਵਿੱਚ, ਆਪਸ਼ਨ 2 ਹੈ ਸ਼ਿਵਾਲਿਕ ਪਹਾੜੀਆਂ ਦੇ ਵਿੱਚ, ਆਪਸ਼ਨ 3 ਹੈ ਨਾਲਾਮਾਲਾ ਪਹਾੜੀਆਂ ਦੇ ਵਿੱਚ, ਅਤੇ ਆਪਸ਼ਨ 4 ਹੈ ਨਰਮਦਾ ਘਾਟੀ ਦੇ ਵਿੱਚ। ਵੈਰੀ ਵੈਰੀ ਇੰਪੋਰਟੈਂਟ, ਭਾਰਤ ਦੇ ਵਿੱਚ ਪਹਿਲਾ ਮਨੁੱਖ ਦਾ ਸਬੂਤ ਸਭ ਤੋਂ ਪਹਿਲਾਂ ਕਿੱਥੇ ਪਾਇਆ ਗਿਆ ਜੀ। ਸੋ ਇਹ ਹੈ ਜੀ ਨਰਮਦਾ। ਠੀਕ ਹੈ, ਡੀ ਆਨਸਰ ਹੈ ਨਰਮਦਾ ਵੈਲੀ। ਇਸ ਖੇਤਰ ਦੇ ਵਿੱਚ ਜਿਹੜਾ ਹੈ ਸਭ ਤੋਂ ਪਹਿਲਾਂ ਦੇਖਣ ਨੂੰ ਮਿਲਿਆ ਹੈ ਕਿ ਮਨੁੱਖ ਜਿਹੜਾ ਹੈ ਇਸ ਖੇਤਰ ਦੇ ਵਿੱਚ ਨਿਵਾਸ ਕਰਦਾ ਹੁੰਦਾ ਸੀਗਾ। ਓਕੇ, ਨਰਮਦਾ ਵੈਲੀ। ਔਰ ਇੱਕ ਚੀਜ਼ ਹੋਰ ਵੀ ਹੈ, ਇਸੇ ਨਰਮਦਾ ਵੈਲੀ ਦੇ ਵਿੱਚ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਮਨੁੱਖ ਨੇ ਕਣਕ ਦੀ ਤੇ ਜੌਂ ਦੀ ਜਿਹੜੀ ਖੇਤੀ ਹੈ ਉਹ ਵੀ ਇਸੇ ਖੇਤਰ ਦੇ ਵਿੱਚ ਹੀ ਕਰਨੀ ਸ਼ੁਰੂ ਕੀਤੀ ਸੀਗੀ। ਓਕੇ, ਪ੍ਰੋਡਕਸ਼ਨ ਜਿਹੜੀ ਹੈ ਇਸੇ ਖੇਤਰ ਦੇ ਵਿੱਚ, ਨਰਮਦਾ ਖੇਤਰ ਦੇ ਵਿੱਚ ਹੀ। ਨੈਕਸਟ ਹੈ ਜੀ 10 ਨੰਬਰ, ਮਨੁੱਖ ਦੁਆਰਾ ਵਰਤਿਆ ਗਿਆ ਪਹਿਲਾ ਅਨਾਜ ਸੀ। ਸੋ ਕਿਹੜੇ ਅਨਾਜ ਨੂੰ ਸਭ ਤੋਂ ਪਹਿਲੀ ਵਾਰ ਜਿਹੜਾ ਵਰਤਿਆ ਗਿਆ ਸੀਗਾ ਮਨੁੱਖ ਦੇ ਦੁਆਰਾ। ਆਪਸ਼ਨ 1 ਹੈ ਕਣਕ, ਆਪਸ਼ਨ 2 ਹੈ ਚਾਵਲ, ਆਪਸ਼ਨ 3 ਹੈ ਜੌਂ, ਅਤੇ ਆਪਸ਼ਨ 4 ਹੈ ਸੋਰਗਮ। ਸੋ ਸਭ ਤੋਂ ਪਹਿਲਾ ਅਨਾਜ ਜਿਹੜਾ ਮਨੁੱਖ ਦੇ ਦੁਆਰਾ ਵਰਤਿਆ ਗਿਆ ਜੀ, ਸੋ ਇਹਦਾ ਨਾਮ ਸੀ ਜੀ ਜੌਂ। ਠੀਕ ਹੈ, ਜਿਹਨੂੰ ਬਰੇਲੀ ਕਹਿ ਦਿੰਦੇ ਹੈ। ਇਹ ਮਨੁੱਖ ਨੇ ਸਭ ਤੋਂ ਪਹਿਲੀ ਵਾਰ ਵਰਤਿਆ ਸੀਗਾ। ਫਿਰ ਇਸ ਤੋਂ ਬਾਅਦ ਕਣਕ ਚਾਵਲ ਜਿਹੜੇ ਹੋਂਦ ਦੇ ਵਿੱਚ ਆਏ ਆ, ਪਹਿਲਾਂ ਤਾਂ ਜਿਹੜਾ ਹੈ ਜੌਂ ਹੀ ਖਾਂਦੇ ਰਹੇ ਨੇਗੇ। ਓਕੇ, ਆਦ ਮਨੁੱਖ ਵਰਗੇ। ਠੀਕ ਹੈ ਜੀ, ਸੋ ਪਹਿਲਾਂ ਹੈ ਜੌਂ ਆਉਂਦਾ ਹੈ, ਫਿਰ ਕਣਕ, ਫਿਰ ਚਾਵਲ ਜਿਹੜੇ ਹਨ ਇਹ ਸਭ ਤੋਂ ਪਹਿਲਾਂ ਹੋਂਦ ਦੇ ਵਿੱਚ ਆਉਂਦੇ ਆ। ਬਟ ਸਭ ਤੋਂ ਪਹਿਲਾਂ ਦੀ ਗੱਲ ਕੀਤੀ ਗਈ ਹੈ ਤਾਂ ਸਭ ਤੋਂ ਪਹਿਲਾਂ ਮਨੁੱਖ ਨੇ ਜੌਂ ਦੀ ਹੀ ਵਰਤੋਂ ਕੀਤੀ ਸੀਗੀ। ਔਰ ਇਹ ਵੀ ਧਿਆਨ ਰੱਖਣਾ, ਮੈਂ ਪਹਿਲਾਂ ਹੀ ਦੱਸ ਚੁੱਕਿਆ ਹਾਂ ਕਿ ਨਰਮਦਾ ਵੈਲੀ, ਨਰਮਦਾ ਘਾਟੀ ਦੇ ਖੇਤਰ ਦੇ ਵਿੱਚ ਹੀ ਜਿਹੜਾ ਇਹ ਦੇਖਣ ਨੂੰ ਮਿਲਿਆ ਹੈ, ਨਰਮਦਾ ਘਾਟੀ। ਨੈਕਸਟ ਹੈ ਜੀ 11 ਨੰਬਰ, ਭਾਰਤੀ ਉਪ ਮਹਾਦੀਪ ਦੇ ਵਿੱਚ ਖੇਤੀਬਾੜੀ ਦਾ ਸਭ ਤੋਂ ਪਹਿਲਾ ਸਬੂਤ ਇਸ ਖੇਤਰ 'ਚ ਆਉਂਦਾ ਹੈ। ਸੋ ਆਪਸ਼ਨ 1 ਹੈ ਜੀ ਕੋਲਡੀਵਾ ਤੋਂ, ਆਪਸ਼ਨ 2 ਹੈ ਲੋਹਾਰਦੇਵਾ ਤੋਂ, ਆਪਸ਼ਨ 3 ਹੈ ਮੇਹਰਗੜ੍ਹ ਤੋਂ, ਅਤੇ ਆਪਸ਼ਨ 4 ਹੈ ਟੁਕਵਾ ਤੋਂ। ਤਾਂ ਸਭ ਤੋਂ ਪਹਿਲਾ ਸਬੂਤ, ਸਭ ਤੋਂ ਪਹਿਲਾ ਐਵੀਡੈਂਸ ਜਿਹੜਾ ਹੈ ਐਗਰੀਕਲਚਰ ਦੇ ਨਾਲ ਸੰਬੰਧਿਤ ਇੰਡੀਅਨ ਸਬ ਕੰਟੀਨੈਂਟ ਦੇ ਵਿੱਚ ਕਿਹੜੇ ਸਥਾਨ ਤੋਂ ਪ੍ਰਾਪਤ ਹੋਇਆ। ਸੋ ਇਹਦਾ ਰਾਈਟ ਆਨਸਰ ਹੈਗਾ ਜੀ ਲੋਹਾਰਦੇਵਾ। ਸੋ ਇਸ ਖੇਤਰ ਦੇ ਵਿੱਚ ਸਭ ਤੋਂ ਪਹਿਲਾਂ ਦੇਖਣ ਨੂੰ ਮਿਲਦਾ ਹੈ ਕਿ ਮਨੁੱਖ ਨੇ ਜਿਹੜਾ ਹੈ ਭਾਰਤ ਦੇ ਵਿੱਚ ਇਸ ਖੇਤਰ ਦੇ ਵਿੱਚ ਐਗਰੀਕਲਚਰ ਕਰਨੀ ਸ਼ੁਰੂ ਕਰ ਦਿੱਤੀ ਸੀ। ਇਹ ਸਭ ਤੋਂ ਪਹਿਲਾਂ ਸਬੂਤ ਮਿਲਦਾ ਹੈ। ਓਕੇ, ਬਾਕੀ ਬਾਅਦ ਦੇ ਵਿੱਚ ਹੌਲੀ ਹੌਲੀ ਖੋਜ ਕਰਦੇ ਆ, ਬਟ ਇਹ ਪਹਿਲਾ ਸਥਾਨ ਮੰਨਿਆ ਜਾਂਦਾ ਹੈ। ਨੈਕਸਟ ਹੈ ਜੀ, ਉਸ ਸਾਈਟ ਦਾ ਨਾਮ ਦੱਸੋ ਜਿਸ ਨੇ ਸੁਲਝੀ ਹੋਈ ਜ਼ਿੰਦਗੀ ਦੇ ਸਭ ਤੋਂ ਪੁਰਾਣੇ ਸਬੂਤਾਂ ਦਾ ਖੁਲਾਸਾ ਕੀਤਾ ਹੈ। ਕਿਹੜੇ ਖੇਤਰ ਹੈ, ਸਾਈਟ ਦਾ ਮਤਲਬ ਹੈ ਖੇਤਰ। ਠੀਕ ਹੈ, ਕਿ ਕਿਹੜੇ ਸਥਾਨ ਤੋਂ ਸਾਨੂੰ ਇਹ ਪਹਿਲਾਂ ਸਬੂਤ ਮਿਲਿਆ ਹੈ ਕਿ ਮਨੁੱਖ ਨੇ ਜਿਹੜਾ ਹੈ ਸੁਲਝੀ ਹੋਈ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਜਿਹੜਾ ਐਡ ਕਰ ਲਿਆ ਸੀ। ਆਪਸ਼ਨ 1 ਹੈ ਧੌਲਵੀਰਾ, ਆਪਸ਼ਨ 2 ਹੈ ਕੇਲੇਗੁਮ ਮੁਹੰਮਦ, ਆਪਸ਼ਨ 3 ਹੈ ਕਾਲੀਬੰਗਾ, ਅਤੇ ਆਪਸ਼ਨ 4 ਹੈ ਮੇਹਰਗੜ੍ਹ। ਸੋ ਵੈਸੇ ਮਨੁੱਖ ਨੇ ਅਲੱਗ-ਅਲੱਗ ਤਰੀਕੇ ਦੇ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਸੀ, ਬਟ ਗੱਲ ਕੀਤੀ ਗਈ ਹੈ ਸੁਲਝੇ ਹੋਏ ਮਨੁੱਖ ਦੀ, ਯਾਨੀ ਕਿ ਉਹ ਸੁਲਝ ਚੁੱਕਿਆ ਸੀ ਅਤੇ ਆਪਣੇ ਆਪ ਨੂੰ ਸੈਟਲ ਕਰ ਚੁੱਕਿਆ ਸੀਗਾ, ਆਪਣੀ ਲਾਈਫ ਨੂੰ ਸੈਟਲ ਕਰ ਚੁੱਕਿਆ ਸੀ। ਸੈਟਲ ਦਾ ਮਤਲਬ ਕੀ ਹੈ, ਉਸਨੇ ਰਹਿਣਾ ਸ਼ੁਰੂ ਕਰ ਦਿੱਤਾ ਸੀਗਾ ਇੱਕ ਸਥਾਨ ਦੇ ਉੱਪਰ। ਓਕੇ, ਇੱਕ ਸਥਾਨ ਦੇ ਉੱਪਰ ਸੈਟਲ ਕਰ ਲਿਆ ਸੀਗਾ, ਅਤੇ ਇਸ ਤੋਂ ਇਲਾਵਾ ਖਾਣੇ ਦਾ ਪ੍ਰਬੰਧ ਕਰ ਲਿਆ ਸੀਗਾ, ਐਂਡ ਇਸ ਤੋਂ ਇਲਾਵਾ ਖੇਤੀਬਾੜੀ ਕਰ ਲਈ ਸੀਗੀ ਉਸਨੇ,
ठीक है, ताकि लोड़ पैण ਦੇ ਉੱਪਰ ਉਸ ਨੂੰ ਵਰਤ ਸਕੇ। ਇਸ ਤੋਂ ਇਲਾਵਾ ਜਾਨਵਰਾਂ ਨੂੰ ਪਾਲਤੂ ਵੀ ਕਰ ਲਿਆ ਸੀਗਾ ਤਾਂ ਕਿ ਉਹਨਾਂ ਵੀ ਮੌਕੇ ਦੇ ਉੱਪਰ ਵਰਤਿਆ ਜਾ ਸਕੇ। ਇਹ ਚਾਰ ਕੰਮ ਹੈ ਜਦੋਂ ਜ਼ਿੰਦਗੀ ਦੇ ਵਿੱਚ ਆ ਗਏ ਸੀ ਤਾਂ ਉਸ ਸਮੇਂ ਕਹਿ ਸਕਦੇ ਹਾਂ ਕਿ ਮਨੁੱਖ ਜਿਹੜਾ ਉਹ ਸੁਲਝ ਚੁੱਕਿਆ ਸੀ, ਉਹਨੂੰ ਪਤਾ ਲੱਗ ਚੁੱਕਿਆ ਸੀ ਕਿ ਕਿਹੜੀਆਂ ਚੀਜ਼ਾਂ ਉਸ ਦੇ ਲਈ ਜ਼ਰੂਰੀ ਨੇ। ਤੇ ਇਹਦੀ ਸਭ ਤੋਂ ਪਹਿਲੇ ਸਬੂਤ ਮਿਲੇ ਹੈਗੇ ਨੇ ਜੀ ਮੇਹਰਗੜ੍ਹ ਦੇ ਵਿੱਚ। ਇਹ ਪਹਿਲਾ ਸਥਾਨ ਹੈ ਜਿੱਥੇ ਇਹ ਦੇਖਣ ਨੂੰ ਮਿਲਦਾ ਹੈ ਮੇਹਰਗੜ੍ਹ ਦੇ ਵਿੱਚ ਕਿ ਮਨੁੱਖ ਨੇ ਜਿਹੜਾ ਹੈ ਸੁਲਝੇਪਣ ਨੂੰ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ, ਜਾਣੀ ਕਿ ਸੁਧਰ ਚੁੱਕਿਆ ਸੀ ਹੁਣ। ਠੀਕ ਆ, ਉਹ ਜੰਗਲਾਂ ਦੀ ਬਜਾਏ ਜਿਹੜਾ ਇੱਕ ਸਥਾਨ ਦੇ ਉੱਪਰ ਰਹਿਣਾ ਸ਼ੁਰੂ ਕਰ ਚੁੱਕਿਆ ਸੀਗਾ ਤੇ ਮੇਹਰਗੜ੍ਹ ਦੇ ਵਿੱਚ ਸਥਾਨ ਦੇ ਵਿੱਚ ਦੇਖਣ ਨੂੰ ਮਿਲਿਆ ਸੀ। ਨੈਕਸਟ ਹੈ ਜੀ ਭਾਰਤੀ ਉਪ ਮਹਾਦੀਪ ਦੇ ਵਿੱਚ ਖੇਤੀਬਾੜੀ ਦੇ ਸਭ ਤੋਂ ਪੁਰਾਣੇ ਸਬੂਤ ਪ੍ਰਾਪਤ ਕੀਤੇ ਗਏ ਹਨ ਕਿਹੜੇ ਸਥਾਨ ਤੋਂ? ਆਪਸ਼ਨ 1 ਹੈ ਜੀ ਬ੍ਰਹਮਗਿਰੀ ਤੋਂ, ਆਪਸ਼ਨ 2 ਹੈ ਬੁਰਜਹੋਮਾ ਤੋਂ, ਆਪਸ਼ਨ 3 ਹੈ ਕੌਲਡੀਵਾ ਤੋਂ ਅਤੇ ਆਪਸ਼ਨ 4 ਹੈ ਮੇਹਰਗੜ੍ਹ ਤੋਂ। ਤੇ ਭਾਰਤੀ ਉਪ ਮਹਾਦੀਪ ਦੇ ਵਿੱਚ ਖੇਤੀਬਾੜੀ ਦੇ ਸਭ ਤੋਂ ਪੁਰਾਣੇ ਸਬੂਤ ਐਵੀਡੈਂਸ ਜਿਹੜੇ ਹੈ ਉਹ ਕਿਹੜੇ ਖੇਤਰ ਦੇ ਵਿੱਚ ਦੇਖਣ ਨੂੰ ਮਿਲਦੇ ਨੇ? ਤਾਂ ਇਹ ਖੇਤਰ ਵੀ ਜਿਹੜਾ ਹੈ ਜੀ ਮੇਹਰਗੜ੍ਹ ਹੀ ਹੈ, ਕਿਉਂਕਿ ਇੱਥੇ ਹੀ ਮਨੁੱਖ ਜਿਹੜਾ ਹੈ ਉਹ ਸੁਲਝ ਗਿਆ ਚੁੱਕਿਆ ਸੀਗਾ ਅਤੇ ਇਸੇ ਤੋਂ ਇਲਾਵਾ ਫਿਰ ਜਦੋਂ ਸੁਲਝ ਚੁੱਕਿਆ ਸੀ ਤਾਂ ਫਿਰ ਹੀ ਉਸਨੇ ਖੇਤੀਬਾੜੀ ਸ਼ੁਰੂ ਕੀਤੀ ਹੈ। ਪਹਿਲਾਂ ਤਾਂ ਉਹ ਜੰਗਲਾਂ ਦੇ ਵਿੱਚ ਹੀ ਭਟਕਦਾ ਫਿਰਦਾ ਸੀ, ਠੀਕ ਹੈ, ਕੋਈ ਕੱਪੜਾ ਲੀੜਾ ਨਹੀਂ ਸੀ, ਬਟ ਇੱਥੇ ਫਿਰ ਉਹਨੇ ਖੇਤੀਬਾੜੀ ਜੌਂ ਕਣਕ ਚਾਵਲ ਇਸ ਤਰ੍ਹਾਂ ਦੀ ਚੀਜ਼ਾਂ ਉਗਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਕਿ ਉਹਨੂੰ ਲੋੜ ਪੈਣ ਦੇ ਉੱਪਰ ਵਰਤ ਸਕੇ। ਤਾਂ ਇਹ ਸਥਾਨ ਵੀ ਮੇਹਰਗੜ੍ਹ ਹੀ ਸੀ। ਮੇਹਰਗੜ੍ਹ ਵੈਰੀ ਵੈਰੀ ਇੰਪੋਰਟੈਂਟ ਪੁਆਇੰਟ ਹੈ। ਨੈਕਸਟ ਹੈ ਜੀ ਭਾਰਤੀ ਉਪ ਮਹਾਦੀਪ ਦੇ ਵਿੱਚ ਖੇਤੀਬਾੜੀ ਦੇ ਸਭ ਤੋਂ ਪੁਰਾਣੇ ਸਬੂਤ ਮਿਲੇ ਹੈਗੇ ਨੇ ਲੋਥਲ ਤੋਂ, ਆਪਸ਼ਨ 2 ਹੈ ਹੜੱਪਾ ਤੋਂ, ਆਪਸ਼ਨ 3 ਹੈ ਮੇਹਰਗੜ੍ਹ ਤੋਂ, ਆਪਸ਼ਨ 4 ਹੈ ਹੁੰਦੀਗਾਗ ਤੋਂ। ਸੋ ਇਹ ਮੇਹਰਗੜ੍ਹ ਹੀ ਹੈ। ਸੋ ਇੱਥੇ ਹੀ ਖੇਤੀਬਾੜੀ ਦੇ ਸਭ ਤੋਂ ਪੁਰਾਣੇ ਸਬੂਤ ਮਿਲੇ ਹੈਗੇ ਨੇ। ਨੈਕਸਟ ਕੁਐਸਚਨ ਹੈ ਜੀ 15ਵਾਂ, ਇਹਨਾਂ ਵਿੱਚੋਂ ਕਿਹੜੇ ਪੀਰੀਅਡ ਨੂੰ ਚਾਲੋਲਿਥਿਕ ਯੁੱਗ ਵੀ ਕਿਹਾ ਜਾਂਦਾ ਹੈ? ਠੀਕ ਹੈ, ਚਾਲੋਲਿਥਿਕ। ਸੋ ਆਪਸ਼ਨ 1 ਹੈ ਨਵੇਂ ਪੱਥਰ ਯੁੱਗ ਨੂੰ, ਆਪਸ਼ਨ 2 ਹੈ ਪੱਥਰ ਦਾ ਨਵਾਂ ਯੁੱਗ, ਆਪਸ਼ਨ 3 ਹੈ ਤਾਂਬਾ ਯੁੱਗ, ਆਪਸ਼ਨ 3 ਹੈ ਜੀ ਲੋਹਾ ਯੁੱਗ। ਓਕੇ, ਸੌਰੀ ਪੁਰਾਣਾ ਸੀ ਪਹਿਲਾ ਵੇਲੇ ਦੇ ਵਿੱਚ। ਠੀਕ ਹੈ, ਸੋ ਪਹਿਲਾ ਹੈ ਜੀ 올ਡ ਸਟੋਨ ਏਜ, ਦੂਸਰਾ ਨਿਊ ਸਟੋਨ ਏਜ ਔਰ ਤੀਸਰੀ ਹੈ ਕਾਪਰ ਏਜ ਅਤੇ ਚੌਥੀ ਹੈ ਜੀ ਆਇਰਨ ਏਜ। ਸੋ ਆਪਾਂ ਕੱਲ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗਾ, ਠੀਕ ਹੈ, ਕੈਲੋਲਿਥਿਕ ਜਿਹੜਾ ਹੈ ਏਜ ਇਹ ਕਿਹੜੀ ਹੈ, ਕਿੰਨੇ ਸਮੇਂ ਤੋਂ ਕਿੰਨੇ ਸਮੇਂ ਤੱਕ ਸੀ, ਇਹ ਅਗਲੀਆਂ ਕਲਾਸਾਂ ਦੇ ਵਿੱਚ ਤੁਹਾਨੂੰ ਐਡ ਕਰ ਦੇਵਾਂਗਾ। ਹੁਣ ਪੁੱਛਿਆ ਗਿਆ ਹੈ ਕਿ ਚਾਲੋਲਿਥਿਕ ਜਿਹੜਾ ਯੁੱਗ ਹੈ ਇਹ ਕਿਹੜੇ ਪੀਰੀਅਡ ਨੂੰ ਕਿਹਾ ਜਾਂਦਾ ਹੈ? ਸਿੱਧਾ ਰਾਈਟ ਆਨਸਰ ਹੈਗਾ ਜੀ ਸੀ ਆਨਸਰ, ਕਾਪਰ ਏਜ ਨੂੰ ਜਿਹੜਾ ਹੈ ਚਾਕੋਲਿਥਿਕ ਪੀਰੀਅਡ ਜਿਹੜਾ ਕਿਹਾ ਜਾਂਦਾ ਹੈ। ਠੀਕ ਹੈ, ਕਾਪਰ ਏਜ ਨੂੰ, ਤਾਂਬਾ ਯੁੱਗ ਨੂੰ। ਜਦੋਂ ਤਾਂਬੇ ਦੀ ਖੋਜ ਹੋ ਚੁੱਕੀ ਸੀਗੀ, ਮਨੁੱਖ ਤਾਂਬੇ ਬਾਰੇ ਜਿਹੜਾ ਜਾਣ ਚੁੱਕਿਆ ਸੀ, ਤਾਂ ਇਸੇ ਚੀਜ਼ ਨੂੰ ਹੀ ਜਿਹੜਾ ਹੈ ਕਾਪਰ ਏਜ ਕਿਹਾ ਜਾਂਦਾ ਹੈ, ਤਾਂਬਾ ਯੁੱਗ ਕਿਹਾ ਜਾਂਦਾ ਹੈ ਜੀ। ਠੀਕ ਹੈ ਜੀ, ਧਿਆਨ ਰੱਖਣਾ। ਨੈਕਸਟ ਹੈ ਜੀ 16 ਨੰਬਰ, ਪੱਥਰ ਯੁੱਗ ਤੋਂ ਲੈ ਕੇ ਹੜੱਪਾ ਸਭਿਅਤਾ ਤੱਕ ਸੱਭਿਆਚਾਰਕ ਅਵਸ਼ੇਸ਼ ਪ੍ਰਾਪਤ ਕੀਤੇ ਗਏ ਹਨ। ਹੇਠ ਦਿੱਤਿਆਂ ਦੇ ਵਿੱਚੋਂ ਕਿਹੜੀ ਪ੍ਰਾਚੀਨ ਸਾਈਟ ਤੋਂ ਇਹ ਪ੍ਰਾਪਤ ਹੋਏ ਨੇਗੇ? ਆਪਸ਼ਨ 1 ਹੈ ਅਮਰੀ, ਆਪਸ਼ਨ 2 ਹੈ ਮੇਹਰਗੜ੍ਹ, ਆਪਸ਼ਨ 3 ਹੈ ਕੋਟੜੀ ਜੀ ਅਤੇ ਆਪਸ਼ਨ 4 ਹੈ ਜੀ ਕਾਲੀਬੰਗਾ। ਪੱਥਰ ਯੁੱਗ ਤੋਂ ਲੈ ਕੇ ਹੜੱਪਾ ਸਭਿਅਤਾ ਤੱਕ ਦੇ ਸੱਭਿਆਚਾਰਕ ਕਲਚਰ ਨੂੰ ਲੈ ਕੇ ਜਿਹੜੇ ਅਵਸ਼ੇਸ਼, ਕਲਟੀਵੇਸ਼ਨ ਨੂੰ ਲੈ ਕੇ ਜਿਹੜਾ ਅਵਸ਼ੇਸ਼ ਪ੍ਰਾਪਤ ਹੋਏ ਨੇਗੇ, ਇਹ ਕਿਹੜੇ ਸਥਾਨ ਤੋਂ ਪ੍ਰਾਪਤ ਹੋਏ ਨੇਗੇ? ਸੋ ਰਾਈਟ ਇਸ ਦਾ ਆਨਸਰ ਮੇਹਰਗੜ੍ਹ ਹੀ ਹੈ। ਇਹੀ ਸਭ ਤੋਂ ਇੰਪੋਰਟੈਂਟ ਹੈ। ਮੇਹਰਗੜ੍ਹ ਤੁਸੀਂ ਜ਼ਰੂਰ ਯਾਦ ਰੱਖਣਾ ਜਦੋਂ ਵੀ ਪੁਰਾਣੇ ਸਮੇਂ ਦੀ ਗੱਲ ਹੋਊਗੀ, ਠੀਕ ਹੈ, 올ਡ ਸਮੇਂ ਦੀ ਗੱਲ ਹੋਊਗੀ ਤਾਂ ਤੁਸੀਂ ਇਸ ਸਥਾਨ ਨੂੰ ਜ਼ਰੂਰ ਯਾਦ ਰੱਖਣਾ ਹੈ, ਕਿਉਂਕਿ ਮੋਸਟਲੀ ਚੀਜ਼ਾਂ ਜਿਹੜੀਆਂ ਹੈ ਇਸ ਸਥਾਨ ਤੇ ਦੇਖਣ ਨੂੰ ਮਿਲੀਆਂ ਨੇ। ਆਪਾਂ ਹੁਣੇ ਗੱਲ ਕੀਤੀ ਹੈ ਸੁਲਝਿਆ ਹੋਇਆ ਮਨੁੱਖ ਜਿਹੜਾ ਹੈ ਉਹ ਇੱਥੇ ਪਾਇਆ ਗਿਆ ਹੈ, ਖੇਤੀਬਾੜੀ ਇੱਥੇ ਹੋਈ ਹੈਗੀ ਹੈ, ਠੀਕ। ਇਸ ਤੋਂ ਇਲਾਵਾ ਪਹਿਲੀ ਫਸਲ ਜਿਹੜੀ ਹੈ ਉਹ ਇੱਥੇ ਉਗਾਈ ਗਈ ਹੈਗੀ, ਸਾਰੀਆਂ ਚੀਜ਼ਾਂ ਮੋਸਟਲੀ ਇੱਥੇ ਹੀ ਹੈਗੀਆਂ ਨੇ। ਇਸ ਕਰਕੇ ਮੇਹਰਗੜ੍ਹ ਨੂੰ ਜਿਹੜਾ ਹੈ ਸਪੈਸ਼ਲੀ ਤੁਸੀਂ ਯਾਦ ਰੱਖਣਾ ਹੈ। ਨੈਕਸਟ ਕੁਐਸਚਨ ਹੈ ਜੀ ਨਵਾਂ ਦੌਤਲੀ ਦੀ ਖੁਦਾਈ ਕੀਤੀ ਗਈ ਜੀ। ਸੋ ਆਪਸ਼ਨ 1 ਹੈ ਜੀ KD ਵਾਜਪਾਈ ਨੇ, ਆਪਸ਼ਨ 2 ਹੈ VS ਵਾਂਕਰ ਨੇ, ਆਪਸ਼ਨ 3 ਹੈ HD ਸੰਕੋਲੀਆ ਨੇ ਅਤੇ ਆਪਸ਼ਨ 4 ਹੈ ਜੀ ਮੋਰਟਿਮਰ ਵੀਲਰ ਨੇ। ਸੋ ਨਵਾਂ ਦੌਤਲੀ ਦਾਤੋਲੀ ਜਿਹੜਾ ਇੱਕ ਸਥਾਨ ਹੈ, ਸੋ ਇਸ ਦੀ ਖੁਦਾਈ ਦਾ ਕੰਮ ਜਿਹੜਾ ਹੈ ਉਹ ਕਿਸ ਨੇ ਕੀਤਾ ਸੀ? ਸੋ ਇਹਦਾ ਰਾਈਟ ਆਨਸਰ ਹੈ ਜੀ HD ਸਕੋਲੀਆ ਜਿਹੜਾ ਹੈ ਇਸ ਵਿਅਕਤੀ ਨੇ, ਨਵਦੋਤਾਲੀਆ ਨੇ ਜਿਹੜੀ ਹੈ ਖੋਜ ਕੀਤੀ ਸੀਗੀ। ਓਕੇ, ਨੈਕਸਟ ਕੁਐਸਚਨ ਹੈ ਜੀ 18 ਨੰਬਰ, ਨਵਾਂ ਦੌਤਲੀ ਕਿਸ ਰਾਜ ਦੇ ਵਿੱਚ ਸਥਿਤ ਹੈ ਜੀ? ਇਹ ਚੀਜ਼ ਵੀ ਯਾਦ ਰੱਖਣੀ ਹੈ। ਸੋ ਗੁਜਰਾਤ ਰਾਜ ਦੇ ਵਿੱਚ ਸਥਿਤ ਹੈ ਜੀ, ਆਪਸ਼ਨ 2 ਹੈ ਮਹਾਰਾਸ਼ਟਰ ਦੇ ਵਿੱਚ, ਆਪਸ਼ਨ 3 ਹੈ ਛੱਤੀਸਗੜ੍ਹ ਦੇ ਵਿੱਚ ਅਤੇ ਆਪਸ਼ਨ 4 ਹੈ ਮੱਧ ਪ੍ਰਦੇਸ਼ ਦੇ ਵਿੱਚ। ਨਵਾਂ ਦੌਤਾਲੀ ਜਿਹੜਾ ਸਥਾਨ ਹੈ ਜੀ ਇਹ ਸਥਾਨ ਪੈਂਦਾ ਹੈ ਜੀ ਮੱਧ ਪ੍ਰਦੇਸ਼ ਦੇ ਵਿੱਚ। ਸੋ ਮੱਧ ਪ੍ਰਦੇਸ਼ ਤੋਂ ਤੁਸੀਂ ਇੱਕ ਚੀਜ਼ ਯਾਦ ਰੱਖਣੀ ਹੈ ਕਿ ਨਰਮਦਾ ਵੈਲੀ ਜਿਹੜੀ ਹੈ ਨਾ ਉਹ ਇਸੇ ਖੇਤਰ ਦੇ ਵਿੱਚ ਆ ਜਾਂਦੀ ਹੈ, ਤੇ ਇੱਥੋਂ ਤੁਸੀਂ ਈਜ਼ੀਲੀ ਜਿਹੜਾ ਹੈ ਜੋ ਮਾਡਰਨ ਜਿਹੜਾ ਕਹਿ ਸਕਦੇ ਹਨ ਮੈਪ ਉਹਦੇ 'ਚ ਤੁਸੀਂ ਦੇਖ ਸਕਦੇ ਹੈਗੇ ਹੋ, ਨਰਮਦਾ ਵੈਲੀ ਘਾਟੀ ਜਿਹਨੂੰ ਅਸੀਂ ਕਹਿ ਦਿੰਦੇ ਹੈਗੇ ਆ ਉਹ ਇਸ ਖੇਤਰ ਦੇ ਵਿੱਚ ਪੈ ਜਾਂਦੀ ਹੈ, ਕਿਉਂਕਿ ਨਰਮਦਾ ਨਦੀ ਇੱਥੇ ਹੈਗੀ ਹੈ। ਤਾਂ ਇਸੇ ਆਧਾਰ ਦੇ ਉੱਪਰ ਜਿਹੜਾ ਕਹਿ ਸਕਦੇ ਹਾਂ ਇਹ ਮੱਧ ਪ੍ਰਦੇਸ਼ ਰਾਜ ਹੀ ਹੈ। ਮੋਸਟਲੀ ਜਿੰਨੇ ਪੁਰਾਣੇ ਸਥਾਨ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੇ ਉਹ ਮੱਧ ਪ੍ਰਦੇਸ਼ ਦੇ ਵਿੱਚ ਹੀ ਹੈ।
ਇੱਥੇ ਹੀ ਸਾਨੂੰ ਭੀਮ ਬੈਠਕਾਂ ਜਿਹੜੀਆਂ ਉਹ ਦੇਖਣ ਨੂੰ ਮਿਲਦੀਆਂ, ਜਿੱਥੇ ਪੁਰਾਣੀ ਡਰਾਇੰਗ ਜਿਹੜੀ ਹੈ ਨਾ ਉਹ ਕੀਤੀ ਹੋਈ ਹੈ ਭੀਮ ਬੈਠਕਾਂ ਦੇ ਵਿੱਚ। ਨੈਕਸਟ ਹੈ ਜੀ ਮੈਗਾਲਿਥ ਦੀ ਪਛਾਣ ਕੀਤੀ ਗਈ ਹੈ ਜੀ। ਆਪਸ਼ਨ 1 ਹੈ ਜੀ ਸੰਨਿਆਸੀ ਲਈ ਗੁਫਾਵਾਂ ਕੇਵਸ ਫॉर ਹੈਰਮਿਟਸ, ਔਰ ਆਪਸ਼ਨ 2 ਹੈ ਜੀ ਦਫਨਾਉਣ ਵਾਲੀਆਂ ਸਾਈਟਾਂ ਤੋਂ, ਆਪਸ਼ਨ 3 ਹੈ ਜੀ ਮੰਦਿਰ ਸਾਈਟਾਂ ਤੋਂ, ਅਤੇ ਆਪਸ਼ਨ 4 ਹੈ ਜੀ ਉਪਰੋਕਤ ਦੇ ਵਿੱਚੋਂ ਕੋਈ ਨਹੀਂ। ਸੋ ਮੈਗਾਲਿਥਿਕ ਜਿਹੜਾ ਪੀਰੀਅਡ ਹੈ ਇਹਦੀ ਜਿਹੜੀ ਪਛਾਣ ਹੈ ਉਹ ਕਿਹੜੀਆਂ ਚੀਜ਼ਾਂ ਤੋਂ ਕੀਤੀ ਗਈ ਹੈਗੀ ਆ, ਠੀਕ ਹੈ। ਸੋ ਉਹਦੇ ਆਧਾਰ ਦੇ ਉੱਪਰ ਹੈ ਜੀ ਮੈਗਾਲਿਥ ਦੀ। ਸੋ ਮੈਗਾਲਿਥ ਦੀ ਜਿਹੜੀ ਪਹਿਚਾਣ ਕੀਤੀ ਗਈ ਹੈ ਜੀ ਇਹ ਕੀਤੀ ਗਈ ਹੈ ਜੀ ਦਫਨਾਉਣ ਵਾਲੀਆਂ ਸਾਈਟਾਂ ਦੇ ਵਿੱਚੋਂ। ਸੋ ਮੀਨਸ ਕਿ ਕਬਰ ਵਗੈਰਾ ਜਿਹੜੀਆਂ ਹੈਗੀਆਂ ਨੇ ਜਿਹਦੇ ਵਿੱਚ ਦਬਾਈਆਂ ਗਈਆਂ ਨੇ ਚੀਜ਼ਾਂ, ਠੀਕ ਹੈ, ਉਹਨਾਂ ਚੀਜ਼ਾਂ ਦੀ ਸਟੱਡੀ ਕਰਕੇ ਅਸੀਂ ਮੈਗਾਲਿਥ ਦੀ ਜਿਹੜੀ ਪਹਿਚਾਣ ਕੀਤੀ ਹੈ। ਕਿੰਨੇ ਸਮੇਂ ਪੁਰਾਣੀ ਚੀਜ਼ ਹੈ, ਕਿਹੜੀ ਚੀਜ਼ ਉਸ ਦੇ ਨਾਲ ਹੁੰਦੀ ਸੀ, ਕਿਹੜੀਆਂ ਚੀਜ਼ਾਂ ਪਾਲੀਆਂ ਜਾਂਦੀਆਂ ਸੀ, ਉਹ ਸਭ ਕੁਝ ਇਸ ਦੇ ਵਿੱਚ ਇਨਕਲੂਡ ਹੋ ਜਾਂਦਾ ਹੈ। ਨੈਕਸਟ ਹੈ ਜੀ ਸਵਾਹ ਦੇ ਟਿੱਲੇ ਨੂੰ ਨਿਓਲਿਥਿਕ ਸਾਈਟ ਨਾਲ ਜੋੜਿਆ ਗਿਆ ਹੈ। ਸੋ ਆਪਸ਼ਨ 1 ਹੈ ਜੀ ਬੰਦੀਹਾਲ, ਆਪਸ਼ਨ 2 ਹੈ ਜੀ ਸਗਨਾ ਕਲੂਲ, ਆਪਸ਼ਨ 3 ਹੈ ਕੋਲਡੀਬਾ, ਅਤੇ ਆਪਸ਼ਨ 4 ਹੈ ਜੀ ਬ੍ਰਹਮਗਿਰੀ। ਸਵਾਹ ਦਾ ਇੱਕ ਟਿੱਲਾ ਮਿਲਿਆ ਹੈ ਜਿਹਨੂੰ ਕਿ ਆਸਮੋਡ ਕਿਹਾ ਜਾਂਦਾ ਹੈ, ਆਸਮੌਂਡ ਕਿਹਾ ਜਾਂਦਾ ਹੈ। ਇਹ ਐਸੋਸੀਏਟਡ ਹੈ ਕਿਸ ਨਿਓਲਿਥਿਕ ਸਾਈਟ ਦੇ ਨਾਲ, ਕਿਹੜੀ ਜਿਹੜੀ ਕਸਦੇ ਆ ਨਿਓਲਿਥਿਕ ਸਥਾਨ ਦੇ ਨਾਲ ਜੁੜਿਆ ਹੋਇਆ ਹੈ ਜਿੱਥੋਂ ਸਵਾਹ ਦਾ ਇੱਕ ਟਿੱਲਾ ਪ੍ਰਾਪਤ ਹੋਇਆ ਹੈ। ਸੋ ਇਸ ਸਥਾਨ ਦਾ ਨਾਮ ਹੈ ਜੀ ਸਗਨਾ ਕੋਲੂ। ਸੋ ਇਸ ਸਥਾਨ ਤੋਂ ਸਾਨੂੰ ਸਵਾਹ ਦੇ ਟਿੱਲੇ ਦੀ ਪ੍ਰਾਪਤੀ ਹੋਈ ਹੈ, ਅਤੇ ਇੱਥੋਂ ਹੀ ਸਾਨੂੰ ਇਹ ਚੀਜ਼ ਦਾ ਵੀ ਪਤਾ ਲੱਗਦਾ ਹੈ ਕਿ ਮਨੁੱਖ ਨੇ ਜਿਹੜਾ ਹੈ ਅੱਗ ਨੂੰ ਬਾਲਣਾ ਸਿੱਖ ਲਿਆ ਸੀਗਾ, ਠੀਕ ਹੈ, ਯਾਨੀ ਕਿ ਅੱਗ ਦੀ ਖੋਜ ਹੋ ਚੁੱਕੀ ਸੀ ਤੇ ਅੱਗ ਨੂੰ ਉਹ ਕਿਸੇ ਨਾ ਕਿਸੇ ਚੀਜ਼ ਨੂੰ ਪਕਾਉਣ ਦੇ ਲਈ ਅਕਸਰ ਇਸਤੇਮਾਲ ਕਰਦੇ ਹੁੰਦੇ ਸੀ। ਸੋ ਇਹੀ ਚੀਜ਼ ਇੰਪੋਰਟੈਂਟ ਹੈ। ਓਕੇ ਜੀ, ਇਹ ਸੀ ਸਾਡੇ ਅੱਜ MCQ। ਸੋ ਉਮੀਦ ਕਰਦਾ ਹਾਂ ਕਿ ਸਾਰਿਆਂ ਦੇ ਲਈ ਹੈਲਪਫੁਲ ਰਹੇ ਹੋਣਗੇ। WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮਚ।